आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਸਰਿਓ ਦੇਸ਼ ਵਿਦੇਸ਼ ਮਹਿ ਰੂਪਾ ਕੀਓ ਨਿਹਾਲ ਕਰੈ ਗਰੀਬ ਨਿਵਾਜ ਗੁਰ ਰਜ ਕਨ ਸੈਲ ਬਿਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਕੀ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਆਓ ਹੁਣ ਆਪਣੀਆਂ ਮਨਵਿਰਤੀਆਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਇਕਾਗਰ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਪਾਵਨ ਕਥਾ ਨਾਲ ਜੁੜ ਜਾਈਏ। ਮਾਲਵਾ ਦੇਸ਼, ਜਿਸ ਨੂੰ ਉਸ ਜ਼ਮਾਨੇ 'ਚ ਜੰਗਲ ਕਹਿੰਦੇ ਸਨ, ਮੋਗਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਮਾਨਸਾ, ਇਹ ਜਿਹੜੇ ਜ਼ਿਲ੍ਹੇ ਹਨ ਸਾਧ ਸੰਗਤ ਜੀ, ਇਹਦਾ ਪਹਿਲਾ ਨਾਮ ਜੰਗਲ ਸੀ। ਗੁਰੂ ਸਾਹਿਬ 10ਵੇਂ ਪਾਤਸ਼ਾਹ ਨੇ ਇਹਨੂੰ ਮਾਲਵਾ ਕਿਹਾ ਹੈ। ਗੁਰੂ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿੱਚ ਵਿਚਰੇ ਹਨ। ਇਸ ਦੇਸ਼ ਨੂੰ ਭਾਗ ਲਾਤੇ ਛੇਵੇਂ ਪਾਤਸ਼ਾਹ ਨੇ, ਬੜੀ ਕਿਰਪਾ ਕੀਤੀ। ਭਾਈ ਰੂਪਾ ਜੀ ਨੂੰ ਨਗਰ ਵਸਾ ਕੇ ਦਿੱਤਾ ਤੇ ਉਹਨਾਂ ਨੂੰ ਮੰਜੀ ਦਿੱਤੀ ਤੇ ਬਹੁਤ ਹੀ ਬਖਸ਼ਿਸ਼ਾਂ ਭਾਈ ਰੂਪੇ ਤੇ ਕੀਤੀਆਂ। ਅੱਜ ਵੀ ਉਹਨਾਂ ਦੇ ਪਰਿਵਾਰ ਵਿੱਚ ਉਹ ਮਹਾਂਪੁਰਸ਼ ਗੁਰਸਿੱਖ ਬੇਨਤੀ ਹੋਏ ਹੁਣ ਤੱਕ ਵੀ ਚੱਲੇ ਆਉਂਦੇ ਹੈ। ਗੁਰੂ ਸਾਹਿਬ ਦੀਆਂ ਨਿਸ਼ਾਨੀਆਂ, ਸ਼ਸਤਰ, ਬਸਤਰ, ਪੋਥੀਆਂ ਗੁਰੂ ਸਾਹਿਬਾਂ ਦੇ ਰੱਥ ਤੱਕ ਸੰਭਾਲ ਕੇ ਰੱਖੇ ਹੋਏ ਨੇ, ਸੰਗਤਾਂ ਨੂੰ ਦਰਸ਼ਨ ਕਰਾਉਂਦੇ ਹਨ। ਸੋ ਆਓ ਅੱਗੇ ਦੀ ਹੁਣ ਕਥਾ ਸੁਣੀਏ ਪ੍ਰੇਮ ਨਾਲ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਸਰਿਓ ਦੇਸ਼ ਵਿਦੇਸ਼ ਮਹਿ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਪਸਰ ਗਈ ਰੂਪਾ ਕੀਓ ਨਿਹਾਲ ਕਿ ਮਹਾਰਾਜ ਨੇ ਭਾਈ ਰੂਪੇ ਨੂੰ ਨਿਹਾਲ ਕਰ ਦਿੱਤਾ। ਰੂਪੇ ਤੇ ਬੜੀ ਕਿਰਪਾ ਛੇਵੇਂ ਪਾਤਸ਼ਾਹ ਨੇ ਕੀਤੀ ਹੈ। ਕਰੈ ਗਰੀਬ ਨਿਵਾਜ ਗੁਰ, ਗਰੀਬ ਨਵਾਜ ਸਤਿਗੁਰੂ ਜਿੱਧਰ ਵੀ ਜਾਂਦੇ ਤਾਰਦੇ ਹੀ ਜਾਂਦੇ ਹਨ। ਰਜ ਕਨ ਸੈਲ ਬਿਸਾਲ। ਜੇ ਮੇਰਾ ਕਰ ਦੇਣ ਤੇ ਰੇਤ ਤੇ ਕਿਣਕੇ ਨੂੰ ਸਮੇਰ ਪਰਬਤ ਬਣਾ ਸਕਦੇ, ਰਾਈ ਨੂੰ ਪਹਾੜ ਕਰ ਸਕਦੇ ਸੱਚੇ ਪਾਤਸ਼ਾਹ ਜੀ। ਚਾਪਈ ਰਸਹ ਸੈਲ ਕਨ ਤੂਲ ਕਰਾਵੈ। ਤੇ ਜੇ ਕਿਤੇ ਨਾਰਾਜ਼ ਹੋ ਜਾਣ ਤੇ ਸਮੇਰ ਪਰਬਤ ਨੂੰ ਮਿੱਟੀ ਦਾ ਕਿਣਕਾ ਬਣਾ ਸਕਦੇ, ਯਾਨੀ ਵੱਡਿਆਂ ਨੂੰ ਛੋਟੇ ਤੇ ਛੋਟਿਆਂ ਨੂੰ ਵੱਡੇ ਕਰ ਸਕਦੇ। ਇਹ ਸਤਿਗੁਰੂ ਹਨ ਛੇਵੇਂ ਪਾਤਸ਼ਾਹ ਜੀ ਮਹਾਰਾਜ। ਹੋਏ ਪ੍ਰਸੰਨ ਸੁਰੇਸ਼ ਬਨਾਵੈ। ਜੇ ਕਿਸੇ ਬੰਦੇ ਤੇ ਕਿਰਪਾ ਹੋ ਜਾ ਕਰ ਦੇਣ, ਆਮ ਜੇ ਬੰਦੇ ਨੂੰ, ਰੇਤ ਦੇ ਕਿਣਕੇ ਵਰਗੇ ਨੂੰ, ਮਾਮੂਲੀ ਬੰਦੇ ਨੂੰ ਇੰਦਰ ਰਾਜੇ ਦੀ ਪਦਵੀ ਦੇ ਦੇਣ, ਬਾਦਸ਼ਾਹੀਆਂ ਦੇ ਦੇਣ ਸਤਿਗੁਰੂ ਜੀ। ਸਰਬ ਸ਼ਕਤ ਧਰ ਸ਼੍ਰੀ ਗੁਰਦੇਵ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ ਸੱਚੇ ਪਾਤਸ਼ਾਹ ਸਾਰੀਆਂ ਹੀ ਸ਼ਕਤੀਆਂ ਦੇ ਮਾਲਕ ਹਨ। ਸਾਰੀਆਂ ਪਾਵਰਾਂ ਉਹਨਾਂ ਦੇ ਚਰਨਾਂ ਵਿੱਚ ਵਸਦੀਆਂ ਨੇ। ਸੁਰਗਨ ਪੀਨਾ ਲਖ ਹੈ ਜਿਸ ਭੇਵ। ਦੇਵਤੇ ਵੀ ਭੇਦ ਨਹੀਂ ਜਾਣ ਸਕਦੇ। ਦੇਵ ਭੇਵ ਨਾ ਲਹੈ ਬ੍ਰਹਮਾ ਨਹੀਂ ਸੁਝੈ। ਮਹਾਰਾਜ ਸੱਚੇ ਪਾਤਸ਼ਾਹ ਦੀ ਗੱਲ ਨੂੰ ਬ੍ਰਹਮਾ ਵੀ ਨਹੀਂ ਜਾਣ ਸਕਦਾ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, 33 ਕਰੋੜ ਦੇਵੀ ਦੇਵਤੇ ਵੀ ਗੁਰੂ ਦਾ ਭੇਦ ਨਹੀਂ ਪਾ ਸਕਦੇ। ਐਸੇ ਸਤਿਗੁਰੂ ਹਨ। ਨਿਕਟ ਬਸ ਹੈ ਕਾਂਗੜਪੁਰ ਭਾਰਾ। ਸਾਧ ਸੰਗਤ ਜੀ, ਜਿੱਥੇ ਭਾਈ ਰੂਪੇ ਦਾ ਪਿੰਡ ਵਸਾਇਆ, ਲਾਗੇ ਇੱਕ ਦੀਨਾ ਕਾਂਗੜ ਪੁਰਾਣਾ ਪਿੰਡ ਵਸਦਾ। ਕਾਂਗੜ ਪੁਰਾਣਾ ਪਿੰਡ ਹੈ ਬਹੁਤ। ਅੱਜ ਕੱਲ੍ਹ ਦੀਨਾ ਕਾਂਗੜ ਇਕੱਠਾ ਬੁਲਾ ਦਿੰਦੇ। ਹਾਂਜੀ, ਤਹ ਬਸ ਜੋਧ ਸ਼ਾਹੋ ਸਰਦਾਰਾ। ਇੱਥੋਂ ਦਾ ਇੱਕ ਸਰਦਾਰ ਚੌਧਰੀ ਭਾਈ ਜੋਧ ਸ਼ਾਹ ਹੋਇਆ। ਬਹੁਤ ਵੱਡਾ ਰੀਸ਼ ਰਾਠ ਬੰਦਾ ਸੀ। ਬਹੁਤ ਸਾਰੇ ਪਿੰਡਾਂ ਦਾ ਮਾਲਕ, ਅਮੀਰ ਆਦਮੀ ਸੀ। ਸੈਨ ਚੜ੍ਹੈ ਤਿਹ ਸਾਥ ਕਨੇਰੀ। ਫੌਜਾਂ ਰੱਖੀਆਂ ਹੋਈਆਂ ਸੀ ਜੋਧ ਸ਼ਾਹ ਨੇ। 1000 ਬੰਦਾ ਘੋੜ ਸਵਾਰ ਉਹਦੇ ਕੋਲ ਰਹਿੰਦਾ ਸੀ। ਬੜੀ ਤਗੜੀ ਪਾਵਰ ਸੀ ਉਹਦੇ ਕੋਲ। ਅਦਕ ਸੂਰਮਾ ਮਾਰਤ ਬੈਰੀ। ਆ ਸੂਰਮਾ ਸੀ, ਯੋਧਾ ਸੀ ਤੇ ਬੈਰੀਆਂ ਦੇ ਦੰਦ ਖੱਟੇ ਕਰ ਦਿੰਦਾ ਸੀ। ਉਹਨਾਂ ਦਿਨਾਂ ਵਿੱਚ ਚੌਧਰੀ, ਜਗੀਰਦਾਰ, ਜ਼ਮੀਨਾਂ ਦੇ ਮਾਲਕ ਇਲਾਕਿਆਂ ਦੇ ਛੋਟੇ ਛੋਟੇ ਪਿੰਡਾਂ 'ਤੇ ਰਾਜ ਕਰਿਆ ਕਰਦੇ ਸੀ। ਕੋਈ 10 ਪਿੰਡਾਂ ਦਾ, ਕੋਈ 20 ਪਿੰਡਾਂ ਦਾ, ਕੋਈ 50 ਪਿੰਡਾਂ ਦਾ ਮਾਲਕ ਹੁੰਦਾ ਸੀ। ਤੇ ਆਪਣੀ ਸਰਕਾਰ ਬਣਾ ਕੇ ਰੱਖਣ ਲਈ ਉਹਨਾਂ ਨੂੰ ਹਥਿਆਰਾਂ ਦੀ ਤੇ ਫੌਜਾਂ ਦੀ ਲੋੜ ਪੈਂਦੀ ਸੀ।
ਇੱਕ ਇਲਾਕੇ ਦਾ ਇੱਕ ਰਾਠ ਚੌਧਰੀ, ਦੂਜੇ ਦਾ ਦੂਸਰਾ, ਤੀਜੇ ਦਾ ਤੀਸਰਾ, ਇਉਂ ਛੋਟੇ ਛੋਟੇ ਰਾਜੇ ਸਨ, ਪੁਰਾਣੇ ਜ਼ਮਾਨੇ ਤੋਂ ਚਲੇ ਆ ਰਹੇ ਸਨ। ਜੋਧ ਰਾਏ ਕਾਂਗੜ ਦਾ ਰਾਜਾ ਸੀਗਾ, ਦੀਨੇ ਕਾਂਗੜ ਦਾ, ਮਾਲਵੇ ਦੀ ਧਰਤੀ ਦਾ, ਤੇ ਬੜੀ ਫੌਜ ਰੱਖੀ ਹੋਈ ਸੀ। ਮਿੱਠਾ ਮਹਿਰ ਵੱਡੋ ਤਿਨ ਕੇਰਾ। ਇਹਨਾਂ ਦਾ ਇੱਕ ਬਜ਼ੁਰਗ ਹੋਇਆ, ਉਹਦਾ ਨਾਮ ਮਿੱਠਾ ਮਹਿਰ ਹੋਇਆ। ਇਹ ਮਿੱਠੇ ਮਹਿਰ ਦੀ ਔਲਾਦ ਸੀ ਜੋਧ ਰਾਏ। ਤਿਨਹੂ ਪਾਇਸ ਰਾਜ ਬਡੇਰਾ। ਮਿੱਠੇ ਮਹਿਰ ਨੇ ਬੜਾ ਰਾਜ ਕੀਤਾ, ਕਿਸੇ ਪੁਰਾਣੇ ਜ਼ਮਾਨੇ ਵਿੱਚ ਹੋਇਆ। ਅਕਬਰ ਸ਼ਾਹ ਭਇਓ ਜਿਸ ਕਾਲਾ। ਫਿਰ ਜਦੋਂ ਅਕਬਰ ਬਾਦਸ਼ਾਹ ਹੋਇਆ, ਅਕਬਰ ਦਾ ਰਾਜ ਹੋਇਆ, ਚੱਕਰਵਰਤ ਕਿਉ ਰਾਜ ਵਿਸਾਲਾ। ਅਕਬਰ ਨੇ ਸਾਰੇ ਹਿੰਦੁਸਤਾਨ ਤੇ ਚੱਕਰਵਰਤੀ ਰਾਜ ਕੀਤਾ। ਕਹਿੰਦੇ ਅਕਬਰ ਦਾ ਰਾਜ ਹਿੰਦੁਸਤਾਨ ਦੇ ਸਾਰੇ ਪਾਸੇ ਫੈਲ ਗਿਆ। ਜਿਹੜੇ ਰਾਣੇ ਪ੍ਰਤਾਪ ਵਰਗੇ ਆਕੀ ਸਨ, ਉਹ ਵੀ ਉਹਨੇ ਫਤਿਹ ਕਰ ਲਏ ਇੱਕ ਤਰ੍ਹਾਂ ਨਾਲ। ਬੜੀਆਂ ਜੰਗਾਂ, ਚਿਤੌੜਗੜ੍ਹ ਫਤਿਹ ਕੀਤਾ, ਹੋਰ ਬੜੀਆਂ ਲੜਾਈਆਂ ਹੋਈਆਂ, ਹਜ਼ਾਰਾਂ ਲੱਖਾਂ ਮੌਤਾਂ ਵੀ ਹੋਈਆਂ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਨੇ ਸਾਰੇ ਹਿੰਦੁਸਤਾਨ ਦੇ ਵੱਖਰੇ ਵੱਖਰੇ ਸੂਬੇ ਜਿੱਤ ਕੇ ਸਾਰੇ ਹਿੰਦੁਸਤਾਨ ਤੇ ਰਾਜ ਕੀਤਾ। ਮਿੱਠੇ ਮਹਿਰ ਸੁਤਾ ਉਪਜਾਈ। ਮਿੱਠੇ ਮਹਿਰ ਦੇ ਘਰ ਲੜਕੀ ਜੰਮੀ। ਮਿੱਠਾ ਮਹਿਰ ਜਿਹੜਾ ਸੀ, ਇਸ ਇਲਾਕੇ ਦਾ, ਦੀਨੇ ਕਾਂਗੜ ਦੇ ਇਲਾਕੇ ਦਾ ਰਾਜਾ ਸੀ, ਉਹਦੇ ਘਰ ਪਰਮੇਸ਼ਰ ਨੇ ਬੇਟੀ ਦਿੱਤੀ। ਬਹੁਤ ਸੁੰਦਰ ਕੁਛ ਕਹੀ ਨਾ ਜਾਈ। ਉਹ ਬੱਚੀ ਬੜੀ ਸੋਹਣੀ, ਬੜੀ ਸੁੰਦਰ ਸੀ। ਉਹਦੀ ਸੁੰਦਰਤਾ ਦਾ ਕਹਿੰਦੇ ਬਿਆਨ ਨਹੀਂ ਹੋ ਸਕਦਾ। ਇੰਨੀ ਸੋਹਣੀ ਲੜਕੀ ਪਰਮੇਸ਼ਰ ਨੇ ਮਿੱਠੇ ਮਹਿਰ ਨੂੰ ਦਿੱਤੀ। ਸੁਨ ਅਕਬਰ ਸੋ ਜਾਚਨ ਕੀਨ। ਕਿਸੇ ਨੇ ਜਾ ਕੇ ਬਾਦਸ਼ਾਹ ਅਕਬਰ ਨੂੰ ਕਿਹਾ ਵੀ ਮਿੱਠੇ ਮਹਿਰ ਦੀ ਲੜਕੀ ਬੜੀ ਸੁੰਦਰ ਹੈ, ਤੇ ਤੂੰ ਉਹਦੇ ਨਾਲ ਸ਼ਾਦੀ ਕਰਾ ਲੈ, ਨਿਕਾਹ ਕਰਾ ਲੈ। ਜਿਵੇਂ ਸਾਧ ਸੰਗਤ ਜੀ, ਜੋਧਾ ਬਾਈ ਜਿਹੜੀ ਰਾਜਪੂਤਾਨੇ ਦੀ ਰਾਜਿਆਂ ਦੀ ਲੜਕੀ ਸੀ, ਉਹ ਵਿਆਹੀ ਸੀ ਅਕਬਰ ਨੇ। ਉਹਦੇ ਵਿੱਚੋਂ ਸਲੀਮ ਸ਼ਾਹ, ਜਿਹਨੂੰ ਆਪਾਂ ਜਹਾਂਗੀਰ ਕਹਿ ਕੇ ਯਾਦ ਕਰਦੇ ਹਾਂ, ਜਹਾਂਗੀਰ ਉਹਦਾ ਬੇਟਾ ਸੀ। ਹਿੰਦੂ ਮਾਂ ਸੀ, ਮੁਸਲਮਾਨ ਪਿਓ ਸੀ ਜਹਾਂਗੀਰ ਦਾ। ਅਕਬਰ ਦੀ ਪਤਨੀ ਹਿੰਦੂ ਪਰਿਵਾਰ ਵਿੱਚੋਂ ਸੀ। ਇਸੇ ਤਰ੍ਹਾਂ ਅਕਬਰ ਨੂੰ ਪਤਾ ਲੱਗਾ ਵੀ ਮਿੱਠੇ ਮਹਿਰ ਦੀ ਲੜਕੀ ਬੜੀ ਸੁੰਦਰ ਹੈ। ਹਾਂਜੀ, ਮੁਝ ਕੋ ਵਿਆਹ ਦੇ ਹੋ ਸ਼ੁਭ ਚੀਨ। ਅਕਬਰ ਨੇ ਮਿੱਠੇ ਮਹਿਰ ਨੂੰ ਸੁਨੇਹਾ ਭੇਜਿਆ ਵੀ ਤੂੰ ਮੇਰੀ ਆਪਣੀ ਲੜਕੀ ਮੇਰੇ ਨਾਲ ਵਿਆਹ ਦੇ। ਮੈਂ ਤੇਰੀ ਲੜਕੀ ਨੂੰ ਬੇਗਮ ਬਣਾਉਣੀ ਚਾਹੁੰਦਾ, ਤੂੰ ਆਪਣੀ ਲੜਕੀ ਮੈਨੂੰ ਭੇਜ ਦੇ। ਸੁਣ ਕਰ ਮਿੱਠੇ ਮਹਿਰ ਵਿਚਾਰੀ। ਮਿੱਠੇ ਮਹਿਰ ਨੇ ਸੋਚਿਆ, ਬਾਦਸ਼ਾਹ ਦੇਸ਼ਨ ਪਤ ਭਾਰੀ। ਕਿ ਬਾਦਸ਼ਾਹ ਬੜਾ ਬਲੀ ਹੈ, ਸਾਰੇ ਹਿੰਦੁਸਤਾਨ ਦਾ ਮਾਲਕ ਹੈ, ਦਿੱਲੀ ਦੇ ਤਖਤ ਤੇ ਬੈਠਾ। ਅਕਬਰ ਦਾ ਬੜਾ ਪ੍ਰਤਾਪ ਹੈ, ਸਮਰਾਟ ਅਕਬਰ, ਮਹਾਨ ਅਕਬਰ, ਇੱਦਾਂ ਕਈ ਲਕਬ ਉਹਦੇ ਨਾਲ ਜੁੜੇ ਹੋਏ ਨੇ। ਕਹਿੰਦੇ ਉਹਦੇ ਸਾਹਮਣੇ ਸਿਰ ਚੁੱਕਣਾ ਬੜਾ ਮੁਸ਼ਕਲ ਸੀਗਾ। ਹਾਂਜੀ, ਨਹ ਦਾਹੋ ਤਬ ਲੈ ਹੈ ਸ਼ੀਨ। ਮਿੱਠੇ ਮਹਿਰ ਨੇ ਸੋਚਿਆ, ਜੇ ਮੈਂ ਇਹਨੂੰ ਲੜਕੀ ਨਹੀਂ ਦਿੱਤੀ, ਇਹ ਖੋਹ ਕੇ ਲੈ ਜਾਏਗਾ, ਕਿਉਂਕਿ ਤਾਕਤ ਵਾਲਾ ਹੈ, ਬਲੀ ਹੈ, ਫੌਜਾਂ ਬੜੀਆਂ ਇਹਦੇ ਕੋਲ। ਸਾਡੇ ਕੋਲ ਇੰਨੀ ਤਾਕਤ ਨਹੀਂ ਵੀ ਅਸੀਂ ਇਹਦਾ ਮੁਕਾਬਲਾ ਕਰ ਸਕੀਏ। ਅਕਬਰ ਸਾਡੀ ਲੜਕੀ ਜ਼ਬਰਦਸਤੀ ਚੁੱਕ ਕੇ ਲਿਜਾ ਸਕਦਾ, ਖੋਹ ਕੇ ਲਿਜਾ ਸਕਦਾ ਹੈ। ਨਹਿ ਕੁਛ ਬਸ ਬਸਾਏ ਹਮ ਦੀਨ। ਅਕਬਰ ਦੇ ਸਾਹਮਣੇ ਸਾਡਾ ਜ਼ੋਰ ਨਹੀਂ ਚੱਲਣਾ, ਵਸ ਨਹੀਂ ਚੱਲਣਾ। ਬਲੀ ਬਸਾਲ ਜਾਨ ਕਰ ਕਹਿਓ। ਬੜਾ ਬਲੀ ਹੈ ਅਕਬਰ, ਉਹਦੇ ਸਾਹਮਣੇ ਅਸੀਂ ਕਿਵੇਂ ਪੂਰੇ ਪੈ ਸਕਦੇ ਹਾਂ। ਸਾਰੀ ਗੱਲ ਮਿੱਠੇ ਮਹਿਰ ਨੇ ਸੋਚੀ ਵਿਚਾਰੀ, ਤੇ ਵਿਚਾਰ ਕੇ ਕਹਿਣ ਲੱਗਾ, ਜੇ ਮਮ ਤਨ ਚ ਵਿਆਹਨ ਚਾਹਿਓ। ਕਹਿਣ ਲੱਗਾ, ਜੇ ਤੂੰ ਮੇਰੀ ਬੇਟੀ ਵਿਆਹਣੀ ਚਾਹੁੰਦਾ ਨਾ, ਮੇਰੀ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ, ਤਾਂ ਕਰ ਆਵਹ ਦੁਲਹ ਹੋਏ। ਤਾਂ ਫਿਰ ਤੂੰ ਮੇਰੇ ਘਰ ਬਰਾਤ ਲੈ ਕੇ ਲਾੜਾ ਬਣ ਕੇ ਆਵੀਂ। ਯਾਨੀ ਕਿ ਮੈਂ ਤੇਰੇ ਕੋਲ ਲੜਕੀ ਲੈ ਕੇ ਨਹੀਂ ਆਉਣੀ। ਪਹਿਲਾਂ ਇਹ ਹੁੰਦਾ ਸੀ, ਬਾਦਸ਼ਾਹ ਕਹਿ ਦਿੰਦਾ ਸੀ, ਲੋਕ ਲੜਕੀ ਲੈ ਕੇ ਉੱਥੇ ਪਹੁੰਚ ਜਾਂਦੇ ਸੀ, ਉੱਥੇ ਨਿਕਾਹ ਪੜ੍ਹ ਦਿੰਦੇ ਸੀ। ਮਿੱਠਾ ਮਹਿਰ ਕਹਿਣ ਲੱਗਾ ਵੀ ਮੈਂ ਤੇਰੀ ਸ਼ਰਤ ਮੰਨ ਲੈਣਾ, ਬੇਟੀ ਦਾ ਰਿਸ਼ਤਾ ਤਾਂ ਮੈਂ ਦੇ ਦੇਣਾ, ਪਰ ਤੈਨੂੰ ਮੇਰੇ ਘਰ ਬਰਾਤ ਲੈ ਕੇ ਲਾੜਾ ਬਣ ਕੇ ਆਉਣਾ ਪਵੇਗਾ। ਫੇਰੇ ਫਿਰ ਲੈ ਗਮ ਨਹ ਸੋਏ। ਫੇਰੇ ਫੇਰ ਕੇ ਬਾਅਦ ਵਿੱਚ ਤੂੰ ਲੈ ਜਾਵੀਂ। ਭਾਵ ਜਿਵੇਂ ਕੋਈ ਬਰਾਤ ਆਉਂਦੀ ਹੈ, ਮਰਿਆਦਾ ਬਣੀ ਹੋਈ ਹੈ ਪੰਜਾਬ ਦੇ ਲੋਕਾਂ ਦੀ, ਲੜਕੀ ਵਾਲਿਆਂ ਦੇ ਘਰ ਲੜਕੇ ਵਾਲੇ ਬਰਾਤ ਲੈ ਕੇ ਜਾਂਦੇ ਆ, ਫੇਰੇ ਹੁੰਦੇ, ਆਨੰਦ ਕਾਰਜ ਹੁੰਦੇ ਆ, ਵਿਆਹ ਸ਼ਾਦੀ ਹੁੰਦੀ ਹੈ, ਫਿਰ ਡੋਲੀ 'ਚ ਪਾ ਕੇ ਲੈ ਜਾਂਦੇ ਆ।
ਇਹ ਤਰੀਕਾ ਹੈ। ਜੇ ਤੂੰ ਬਾਦਸ਼ਾਹ ਹੈ, ਭਾਵੇਂ ਤੂੰ ਕਿੱਡਾ ਵੱਡਾ ਹੈ, ਪਰ ਤੈਨੂੰ ਮੇਰੇ ਘਰ ਬਰਾਤ ਲੈ ਕੇ ਆਉਣਾ ਪਵੇਗਾ। ਸੁਨ ਅਕਬਰ ਮਾਨਿਓ ਤਿਸ ਬੈਨ, ਅਕਬਰ ਨੇ ਮਿੱਠੇ ਮਹਿਰ ਦੀ ਗੱਲ ਮੰਨ ਲਈ ਬਨ ਦੁਲਹੁ ਗਮਨਿਓ ਤਬ ਐਨ, ਤੇ ਅਕਬਰ ਲਾੜਾ ਬਣ ਕੇ ਬਰਾਤ ਲੈ ਕੇ ਆਇਆ ਮਿੱਠੇ ਕੀ ਦੋਹਤਾ ਕੋ ਵਿਆਹੇ, ਤੇ ਮਿੱਠੇ ਮਹਿਰ ਦੀ ਲੜਕੀ ਨਾਲ ਉਹਨੇ ਵਿਆਹ ਕੀਤਾ ਦਿਓ ਖਿਤਾਬ ਪ੍ਰਸੰਨ ਉਮਾਹੇ, ਤੇ ਖੁਸ਼ ਹੋ ਕੇ ਉਹਨੇ ਮਿੱਠੇ ਮਹਿਰ ਨੂੰ ਹੋਰ ਜਗੀਰਾਂ ਤੇ ਬੜੇ ਖਿਤਾਬ ਦੇ ਦਿੱਤੇ। ਬਾਦਸ਼ਾਹ ਜੋ ਸੀ ਹਿੰਦੁਸਤਾਨ ਦਾ, ਜਿੰਨੀਆਂ ਮਰਜ਼ੀ ਜਗੀਰਾਂ ਦੇ ਦਿੰਦਾ, ਜਿੰਨੀਆਂ ਮਰਜ਼ੀ ਉਹ ਪਾਵਰਾਂ ਦੇ ਦਿੰਦਾ। ਸੋ ਅਕਬਰ ਬਾਦਸ਼ਾਹ ਨੇ ਮਿੱਠੇ ਮਹਿਰ ਦੀ ਲੜਕੀ ਨਾਲ ਵਿਆਹ ਕੀਤਾ ਤੇ ਉਹਨੂੰ ਬਹੁਤ ਸਾਰੀਆਂ ਜਗੀਰਾਂ ਖਿਤਾਬ ਦਿੱਤੇ। ਨਿਕਟ ਗ੍ਰਾਮ ਗਨ ਸਗਰੇ ਦੀਨ, ਇਹ ਜਿੰਨੇ ਲਾਗੇ ਦੇ ਪਿੰਡ ਸੀਗੇ ਨਾ, ਸਾਰੇ ਉਹਨੂੰ ਹੋਰ ਦੇ ਦਿੱਤੇ, ਜਗੀਰ ਵਧਾ ਦਿੱਤੀ ਮਿੱਠੇ ਮਹਿਰ ਦੀ। ਐਸ਼ ਵਰਜ ਅਦਕ ਵਧਾਵਨ ਕੀਨ, ਉਹਦਾ ਐਸ਼ਵਰਜ ਵੱਧ ਗਿਆ, ਅੱਗੇ ਨਾਲੋਂ ਰਾਜ ਭਾਗ ਵੱਧ ਗਿਆ ਮਿੱਠੇ ਮਹਿਰ ਦਾ। ਤਬ ਕੋ ਰਾਜ ਤਹਾਂ ਕੋ ਕਰੈ, ਸੋ ਕਾਂਗੜ ਦੇ ਵਿੱਚ ਉਦੋਂ ਦਾ ਇਹ ਰਾਜ ਕਰਦੇ ਨੇ। ਮਿੱਠੇ ਮਹਿਰ ਦਾ ਪਰਿਵਾਰ ਜਿਹੜਾ, ਉਹਦੇ ਪੁੱਤਰ ਪੋਤਰੇ ਗਾਂਹ ਚੱਲੇ ਆਏ, ਉਹ ਇੱਥੋਂ ਦੇ ਰਾਜੇ ਹੋਏ ਨੇ। 10ਵੇਂ ਪਾਤਸ਼ਾਹ ਦੇ ਸਮੇਂ ਚੌਧਰੀ ਸ਼ਮੀਰ ਇਸੇ ਪਰਿਵਾਰ ਚੋਂ ਜੋਧ ਰਾਜ ਦਾ ਪੋਤਾ, ਜਿਹਨੂੰ 10ਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਬੜੀ ਕਿਰਪਾ ਕੀਤੀ। ਰਾਤੋਂ ਰਾਤ ਸੁਪਨੇ 'ਚ 84 ਘੱਟ ਦਿੱਤੀ ਸੀ ਉਹਦੀ। ਉਹਦੇ ਕੋਲ 3 ਮਹੀਨੇ ਮਹਾਰਾਜ ਠਹਿਰੇ ਸਨ ਚੁਬਾਰੇ ਵਿੱਚ। ਸੋ ਸਾਧ ਸੰਗਤ ਜੀ, ਉਹ ਕਥਾ 10ਵੇਂ ਪਾਤਸ਼ਾਹ ਦੇ ਇਤਿਹਾਸ 'ਚ ਅੱਗੇ ਚੱਲ ਕੇ ਆਵੇਗੀ। ਉਦੋਂ ਦਾ ਕਹਿਣ ਦਾ ਭਾਵ ਹੈ ਵੀ ਮਿੱਠੇ ਮਹਿਰ ਕਿਆਂ ਦਾ ਰਾਜ ਬਣ ਗਿਆ ਸੀ ਕਾਂਗੜ ਦੇ ਵਿੱਚ, ਦੀਨੇ ਕਾਂਗੜ ਦੇ ਵਿੱਚ। ਬ੍ਰਿੰਦ ਬਾਹਨੀ ਸੰਗਾ ਚਰਾ, ਹੌਲੇ ਹੌਲੇ ਫੌਜਾਂ ਵੱਧਦੀਆਂ ਗਈਆਂ, ਐਸ਼ਵਰਜ ਵੱਧਦਾ ਗਿਆ। ਬਹੁਤ ਸਾਰੀ ਫੌਜ ਰੱਖ ਲਈ ਤੇ ਫੌਜ ਚੜ੍ਹਨ ਲੱਗ ਪਈ ਨਾਲ। ਮਿੱਠੇ ਮਹਿਰ ਪੁੱਤਰ ਉਪਜਾਇਓ, ਮਿੱਠੇ ਮਹਿਰ ਦੇ ਘਰ ਪੁੱਤਰ ਜੰਮਿਆ। ਚੈਨ ਬੇਗ ਤਹ ਨਾਮ ਅਲਾਇਓ, ਉਹਦਾ ਨਾਮ ਮਿੱਠੇ ਮਹਿਰ ਨੇ ਚੈਨ ਬੇਗ ਰੱਖਿਆ। ਚੈਨ ਬੇਗ ਅਕਬਰ ਦਾ ਸਾਲਾ ਤੇ ਮਿੱਠੇ ਮਹਿਰ ਦਾ ਪੁੱਤਰ ਸੀ। ਸੋ ਪੀ ਰਾਜ ਕਰਤ ਤਹ ਰਹਿਓ, ਚੈਨ ਬੇਗ ਇਸ ਇਲਾਕੇ 'ਚ, ਦੀਨੇ ਕਾਂਗੜ ਦੇ ਇਲਾਕੇ ਵਿੱਚ ਰਾਜ ਕਰਦਾ ਰਿਹਾ। ਗਨ ਗ੍ਰਾਮਨ ਤੇ ਧਨ ਕੋ ਲਹਿਓ, ਬਹੁਤ ਸਾਰੇ ਪਿੰਡਾਂ ਤੋਂ ਟੈਕਸ ਆਉਂਦਾ ਸੀ। ਉਹ ਸਰਕਾਰੀ ਜ਼ਮੀਨ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀ, ਪਿੰਡ ਮਿਲੇ ਹੋਏ ਸਨ, ਉਹ ਸਾਰਾ ਉਹਨਾਂ ਨੂੰ ਮਾਫ ਸੀਗਾ ਟੈਕਸ। ਕਾਫੀ ਪੈਸਾ ਆਉਂਦਾ ਸੀ। ਚੈਨ ਬੇਗ ਕੇ ਸੁਤ ਜਨਮਿਓ, ਅੱਗੇ ਚੈਨ ਬੇਗ ਦੇ ਘਰ ਫਿਰ ਪੁੱਤਰ ਜੰਮਿਆ। ਸ਼ਾਹ ਉਮਰ ਸੋ ਨਾਮ ਧਰ ਦਿਓ, ਉਹਦਾ ਨਾਂ ਉਮਰ ਸ਼ਾਹ ਰੱਖਿਆ। ਸ਼ਾਹ ਉਮਰ ਜਾਂ ਉਮਰ ਸ਼ਾਹ ਮਿੱਠੇ ਮਹਿਰ ਦਾ ਪੋਤਰਾ ਚੈਨ ਬੇਗ ਦਾ ਪੁੱਤਰ ਹੋਇਆ। ਸੋ ਪੀ ਪਿਤਾ ਪਿਤਾਮੇ ਕੇਰਾ, ਉਹ ਵੀ ਆਪਣੇ ਪਿਓ ਦਾਦੇ ਦੀ ਤਰ੍ਹਾਂ ਸਰਬ ਸਮਾਜ ਸੰਭਾਰ ਬਡੇਰਾ, ਰਾਜ ਕਰਦਾ ਰਿਹਾ। ਉਹਨੇ ਆਪਣਾ ਇਲਾਕਾ ਚੰਗਾ ਸਾਂਭਿਆ ਉਮਰ ਸ਼ਾਹ ਨੇ। ਸੁਤ ਭਾ ਉਮਰ ਸ਼ਾਹ ਕੇ ਧਾਮ, ਉਮਰ ਸ਼ਾਹ ਦੇ ਘਰ ਫਿਰ ਅੱਗੇ ਪੁੱਤਰ ਜੰਮਿਆ ਮਿੱਠੇ ਮਹਿਰ ਦਾ ਪੜ ਪੋਤਰਾ, ਜੋਧ ਸ਼ਾਹ ਜੋਧਾ ਅਬਿਰਾਮ, ਜਿਹਦਾ ਨਾਮ ਜੋਧ ਰਾਏ ਸੀ, ਜੋਧ ਸ਼ਾਹ ਸੀ। ਇਹ ਜੋਧ ਸ਼ਾਹ ਬੜਾ ਜੋਧਾ ਸੀ। ਚੈਨ ਬੇਗ ਦਾ ਪੋਤਾ, ਮਿੱਠੇ ਮਹਿਰ ਦਾ ਪੜਪੋਤਾ ਤੇ ਸਾਧ ਸੰਗਤ ਜੀ ਉਮਰ ਸ਼ਾਹ ਦਾ ਪੁੱਤਰ ਜੋਧ ਰਾਏ ਜੋਧ ਸ਼ਾਹ ਹੋਇਆ। ਫਤੋ ਗੁਰੂ ਸਿੱਖ ਅਦਕ ਉਮਾਹਾ, ਕਹਿੰਦੇ ਗੁਰੂ ਕਾ ਸਿੱਖ ਬਣਿਆ, ਬੜੀ ਸ਼ਰਧਾ ਵਾਲਾ। ਤਿਸ ਕੀ ਸੁਤਾ ਸੰਗ ਇਹ ਵਿਆਹ, ਉਹਦਾ ਕਾਰਨ ਇਹ ਬਣਿਆ ਵੀ ਇਹਦੇ ਸਹੁਰੇ ਸਿੱਖ ਸਨ। ਕੋਈ ਗੁਰੂ ਦਾ ਸਿੱਖ ਸੀ, ਉਹਦੀ ਬੇਟੀ, ਉਹਦੇ ਨਾਲ ਜੋਧ ਰਾਏ ਦਾ, ਜੋਧ ਸ਼ਾਹ ਦਾ ਵਿਆਹ ਹੋਇਆ। ਪਿਤਾ ਨਿਕਟ ਤੇ ਗੁਰਮਤਿ ਪਾਈ, ਕਹਿੰਦੇ ਜੋਧ ਸ਼ਾਹ ਨੇ ਆਪਣੀ ਪਤਨੀ ਦੀ ਸੰਗਤ ਕਰਕੇ ਸਿੱਖੀ ਧਾਰਨ ਕਰ ਲਈ, ਕਿਉਂਕਿ ਉਹਦੀ ਘਰਵਾਲੀ ਆਪਣੇ ਪਿਤਾ ਦੇ ਘਰੋਂ ਹੀ ਸਿੱਖ ਸੀਗੀ। ਮਾਤਾ ਪਿਤਾ ਗੁਰੂ ਘਰ ਨੂੰ ਮੰਨਦੇ ਸੀ। ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਕਰਨੀ। ਹਰ ਸਾਲ ਜਾਂ ਸਾਲ 'ਚ 2 ਵਾਰੀ ਸ੍ਰੀ ਅੰਮ੍ਰਿਤਸਰ ਜਾਣਾ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ, ਸਰੋਵਰਾਂ ਦੇ ਇਸ਼ਨਾਨ ਕਰਨੇ, ਗੁਰੂ ਕੀ ਬਾਣੀ ਦੇ ਕਥਾ ਕੀਰਤਨ ਦਾ ਆਨੰਦ ਮਾਣ ਕੇ ਆਉਣਾ। ਉਸ ਪਰਿਵਾਰ ਦੇ ਵਿੱਚ ਜੋ ਮਾਪਿਆਂ ਦੀ ਸਿੱਖੀ ਮਿਲੀ ਹੋਈ ਸੀ, ਉਸ ਵਿੱਚ ਬੱਚੀ ਨੂੰ ਉਹਨੇ ਆਪਣੇ ਪਤੀ ਜੋਧ ਸ਼ਾਹ ਨੂੰ ਵੀ ਉਹੀ ਮੱਤ ਦਿੱਤੀ ਹੈ। ਗੁਰ ਸਿੱਖੀ ਕੋ ਤਰਤ ਸਦਾਈ, ਉਹ ਬੱਚੀ ਬੜੀ ਕਮਾਈ ਵਾਲੀ, ਬੰਦਗੀ ਵਾਲੀ ਸੀ, ਜਿਹੜੀ ਜੋਧ ਰਾਏ ਦੀ ਪਤਨੀ ਬਣੀ, ਬੜੀ ਗੁਰਸਿੱਖ ਸੀ। ਸ਼੍ਰੀ ਹਰਗੋਬਿੰਦ ਕੋ ਆਗਵਨੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ ਤੇ ਆਏ, ਕਿਸੂ ਤੇ
ਸੁਨਿਓ ਕਸੂਤੇ ਆਪਣੇ ਭਵਨ। ਉਸ ਬੱਚੀ ਨੂੰ, ਬੀਬੀ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਸਾਡੇ ਇਲਾਕੇ 'ਚ ਆਏ ਨੇ, ਸਾਡੇ ਦੇਸ਼ 'ਚ ਆਏ ਨੇ। ਕੰਤ ਜੋਧ ਕੋ ਮਹਿਮਾ ਕਹਿ ਕਹਿ, ਆਪਣੇ ਪਤੀ ਨੂੰ, ਜੋਧ ਰਾਏ ਨੂੰ ਕਹਿਣ ਲੱਗੀ। ਕਰਿਓ ਪ੍ਰਬੋਧਨ ਗੁਰ ਦਿਸ਼ ਚਾਹ। ਦੇਖੋ ਪਤੀ ਜੀ, ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਲੋਕ ਪਰਲੋਕ ਦੇ ਰਾਖੇ ਹਨ। ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਹਨ, 6ਵੇਂ ਪਾਤਸ਼ਾਹ। ਉਹ ਆਪਣੇ ਮਾਲਵੇ ਦੀ ਧਰਤੀ ਤੇ, ਜੰਗਲ ਦੀ ਧਰਤੀ ਤੇ ਆਏ ਹੋਏ ਨੇ। ਆਪਾਂ ਨੂੰ ਜਾਣਾ ਚਾਹੀਦਾ ਹੈ। ਇਹ ਮਰਜ਼ਾਦਾ ਹੈ ਵੀ ਜੇ ਆਪਣੇ ਇਲਾਕੇ 'ਚ ਕੋਈ ਸਾਧੂ ਸੰਤ ਮਹਾਂਪੁਰਸ਼ ਬੰਦਗੀ ਵਾਲੇ ਕੋਈ ਗੁਰੂ ਪੀਰ ਆਉਣ ਤੇ ਇਲਾਕੇ ਦਾ ਰਾਜਾ ਮਿਲਣ ਜਾਇਆ ਕਰਦਾ ਸੀ। ਹੁਣ ਤਾਂ ਸਾਰੀਆਂ ਹੀ ਮਰਜ਼ਾਦਾ ਨੂੰ ਅਸੀਂ ਵੈਸਟਰਨ ਦੇ ਮਗਰ ਲੱਗ ਕੇ ਛੱਡੀ ਜਾਂਦੇ ਹਾਂ। ਪਰ ਸਾਧ ਸੰਗਤ ਜੀ, ਸਾਡਾ ਕਲਚਰ ਬੜਾ ਮਹਾਨ ਵਿਸ਼ਾਲ ਸੀ। ਬੜੀਆਂ ਜਾਚਾਂ ਸਿਖਾਈਆਂ ਹੋਈਆਂ ਸੀ ਬਜ਼ੁਰਗਾਂ ਨੇ। ਇਹ ਵੀ ਜਾਚ ਸਿਖਾਈ ਸੀ ਵੀ ਪਿੰਡ ਦੇ ਵਿੱਚ, ਆਪਣੇ ਰਾਜ ਵਿੱਚ, ਆਪਣੇ ਇਲਾਕੇ 'ਚ ਕੋਈ ਮਹਾਤਮਾ ਆਵੇ, ਉਹਦਾ ਜਾ ਕੇ ਸਵਾਗਤ ਕਰੋ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ, ਖਾਲਸੇ ਦਾ ਰਾਜ ਸੀਗਾ। ਪਰ ਜੇ ਲਾਹੌਰ ਦੇ ਵਿੱਚ ਪਤਾ ਲੱਗਦਾ ਸੀ ਨਾ ਵੀ ਕੋਈ ਬਾਹਰੋਂ ਸਾਧੂ ਆਇਆ, ਕੋਈ ਸੰਤ ਮਹਾਂਪੁਰਸ਼ ਆਇਆ, ਸੰਨਿਆਸੀ ਹੈ, ਬੈਰਾਗੀ ਹੈ, ਉਦਾਸੀ ਹੈ, ਨਿਰਮਲਾ ਹੈ, ਨਿਹੰਗ ਸਿੰਘ ਹੈ, ਕਿਸੇ ਸੰਪਰਦਾ ਦਾ, ਈਵਨ ਮੁਸਲਮਾਨ ਵੀ ਕੋਈ ਹੋਵੇ, ਫਕੀਰ ਹੋਵੇ, ਉਹਦੇ ਕੋਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਜਾ ਕੇ ਉਹਦਾ ਸਵਾਗਤ ਕਰਦੇ ਸੀ, ਉਹਦੀ ਰਿਸਪੈਕਟ ਕਰਦੇ ਸੀ। ਇਹ ਰਾਜੇ ਦਾ ਫਰਜ਼ ਹੁੰਦਾ। ਭਾਈ ਜੋਧ ਰਾਏ ਦੀ ਘਰਵਾਲੀ ਕਹਿੰਦੀ, ਪਤੀ ਜੀ ਸਾਡੇ ਤਾਂ ਸਤਿਗੁਰੂ ਨੇ, ਅਸੀਂ ਤਾਂ ਉਹਨਾਂ ਨੂੰ ਮੰਨਦੇ ਹਾਂ, ਤੇ ਤੁਸੀਂ ਮੇਰੇ ਪਤੀ ਹੋ। ਜੇ ਮੇਰੀ ਗੱਲ ਮੰਨੋ ਤੇ ਮੈਨੂੰ ਲੈ ਚੱਲੋ, ਨਾਲੇ ਆਪ ਜੀ ਦਰਸ਼ਨ ਕਰ ਲਓ, ਨਾਲੇ ਮੈਂ ਵੀ ਦਰਸ਼ਨ ਕਰ ਲਵਾਂਗੀ। ਭਇਓ ਨਿਕਟ ਆ ਗਵਨ ਅਚਾਨਕ। ਅਚਾਨਕ ਹੀ ਗੁਰੂ ਸਾਹਿਬ ਸਾਡੇ ਨੇੜੇ ਆ ਗਏ, ਜਿਨ੍ਹਾਂ ਦੇ ਦਰਸ਼ਨਾਂ ਲਈ ਦੁਨੀਆ ਚੱਲ ਚੱਲ ਕੇ ਜਾਂਦੀ ਹੈ। ਸਾਡੇ ਤੇ ਘਰ ਗੰਗਾ ਆ ਗਈ ਹੈ। ਗੁਰੂ ਮਹਾਰਾਜ ਸਾਡੇ ਦੇਸ਼ ਵਿੱਚ ਆ ਗਏ ਨੇ। ਜੋ ਸਰੂਪ ਖਸ਼ਟਮ ਕਰ ਨਾਨਕ। ਜੋ ਗੁਰੂ ਨਾਨਕ ਦਾ 6ਵਾਂ ਰੂਪ, ਗੁਰੂ ਨਾਨਕ ਦੀ 6ਵੀਂ ਜੋਤ, 6ਵਾਂ ਜਾਮਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਘਰ ਦੇ ਕੋਲ ਆਏ ਬੈਠੇ ਨੇ। ਜੇ ਕੁਛ ਭਾਗ ਅਦਾ ਤਵ ਮਾਥੇ। ਇਹ ਪਤੀ ਜੀ, ਜੇ ਤੇਰੇ ਭਾਗ ਚੰਗੇ ਨੇ ਨਾ, ਤੇਰੇ ਕੋਈ ਕਰਮ ਚੰਗੇ ਨੇ, ਤੈਨੂੰ ਦਰਸ਼ਨ ਹੋਣਗੇ। ਬਿਨਾਂ ਭਾਗਾਂ ਦੇ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਹੁਤ ਹੀ ਕਰਮ ਚੰਗੇ ਹੋਣ ਤੇ ਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਹਨ। ਚੱਲ ਕਰ ਮਿਲਹੁ ਸਤਿਗੁਰੂ ਸਾਥੇ। ਚੱਲ ਕੇ ਮਹਾਰਾਜ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲੀਏ ਆਪਾਂ। ਮਨ ਬਾਂਛਤ ਫਲ ਪਾਵਨ ਕਰੋ। ਮਨ ਬਾਂਛਤ ਫਲ ਪ੍ਰਾਪਤ ਹੋਣਗੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਾਰਾ ਕੁਝ ਮਿਲ ਜਾਏਗਾ। ਭਿਖ ਕਾ ਸਿੱਖੀ ਧਾਰਨ ਕਰੋ। ਔਰ ਇਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਸਿੱਖੀ ਧਾਰਨ ਕਰੋਗੇ ਤੁਸੀਂ, ਤੁਹਾਨੂੰ ਆਪੇ ਹੀ ਪਤਾ ਲੱਗੇਗਾ ਵੀ ਗੁਰੂ ਦੇ ਦਰਸ਼ਨਾਂ 'ਚ ਕਿੰਨਾ ਕੁ ਆਨੰਦ ਹੈ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਸਾਹਮਣੇ ਮਹਾਰਾਜ ਦੇ ਦਰਸ਼ਨ ਕਰੋਗੇ ਨਾ, ਰੋਮ ਰੋਮ ਖਿੜ ਜਾਏਗਾ। ਦਾਤਾ ਹਲਤ ਪਲਤ ਸੁਖ ਕੇਰੇ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਹਲਤ ਪਲਤ ਦੇ ਸੁੱਖਾਂ ਦੇ ਦਾਤੇ ਨੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਬਣਾਉਣ ਵਾਲੇ ਨੇ ਸਤਿਗੁਰੂ। ਆਹ ਕਰੋੜੋ ਜਿਨ ਪਗ ਚੇਰੇ। ਕਰੋੜਾਂ ਲੋਕ ਪਤੀ ਜੀ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਲੋਚਦੇ ਨੇ। ਜੇ ਸੇਵਾ ਮਨ ਕਰ ਤਿਨ ਕਰੈ। ਜਿਹੜਾ ਕੋਈ ਮਨ ਕਰਕੇ ਉਹਨਾਂ ਦੀ ਸੇਵਾ ਕਰੇ, ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਵੇ ਸ਼ਰਧਾ ਨਾਲ, ਬਹੁਰਨ ਚਿੰਤਾ ਕੁਛ ਉਰ ਧਰੈ। ਫਿਰ ਉਹਦੀਆਂ ਸਾਰੀਆਂ ਚਿੰਤਾ ਦੂਰ ਹੋ ਜਾਂਦੀਆਂ। ਮੁੜ ਕੇ ਉਹਨੂੰ ਕੋਈ ਫਿਕਰ ਨਹੀਂ, ਫਿਰ ਗੁਰੂ ਜੀ ਉਹਦਾ ਫਿਕਰ ਕਰਦਾ। ਸਿੱਖ ਨੂੰ ਫਿਰ ਕਾਹਦੀ ਚਿੰਤਾ? ਗੁਰੂ ਜੋ ਹੈ ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਫਿਰ ਆਪ ਹੀ ਸਤਿਗੁਰੂ ਸਾਂਭ ਲੈਂਦੇ ਸਾਰੀ ਜ਼ਿੰਮੇਵਾਰੀ। ਨਿਜ ਪਤਨੀ ਤੇ ਸੁਨ ਸੁਨ ਗਾਥ। ਆਪਣੀ ਧਰਮ ਪਤਨੀ ਜੀ ਉਸ ਭਾਗਾਂ ਵਾਲੀ ਬੀਬੀ ਜੀ ਤੋਂ ਸੁਣ ਕੇ ਬਚਨ। ਚਾਹਤ ਭਇਓ ਮਿਲਨ ਗੁਰ ਸਾਥ। ਭਾਈ ਜੋਧ ਰਾਏ ਦੇ ਮਨ ਵਿੱਚ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਚਾਹਨਾ ਹੋ ਗਈ। ਜੋਧ ਸ਼ਾਹ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਤਿਆਰ ਹੋ ਪਿਆ। ਸਾਧ ਸੰਗਤ ਜੀ, ਪ੍ਰੇਰਣਾ ਬੜੀ ਵੱਡੀ ਚੀਜ਼ ਹੈ।
ਤੇ ਸਾਨੂੰ ਉਹ ਪ੍ਰੇਰਣਾ, ਚੰਗੀ ਪ੍ਰੇਰਣਾ ਕਰਦੇ ਰਹਿਣਾ ਚਾਹੀਦਾ। ਆਪਣੇ ਪਰਿਵਾਰ ਨੂੰ, ਆਪਣੀ ਪਤਨੀ ਨੂੰ, ਆਪਣੇ ਪਤੀ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਦੋਸਤਾਂ ਨੂੰ ਕਹਿਣਾ ਕੀ ਚਾਹੀਦਾ ਵੀ ਚਲੋ ਭਾਈ ਗੁਰੂ ਘਰ ਚੱਲੀਏ, ਚਲੋ ਆਪਾਂ ਕਥਾ ਸੁਣੀਏ, ਕੀਰਤਨ ਸੁਣੀਏ, ਨਾਮ ਜਪੀਏ, ਕੋਈ ਸੇਵਾ ਕਰੀਏ। ਇੱਧਰ ਤੇ ਅੱਜ ਕੱਲ੍ਹ ਘੱਟ ਕਹਿੰਦੇ ਆ, ਇਹ ਕਹਿੰਦੇ ਚਲੋ ਸਿਨੇਮੇ ਚੱਲੀਏ, ਕਲੱਬ 'ਚ ਚੱਲੀਏ। ਉੱਥੇ ਜਾ ਕੇ ਮਨ ਵਿਕਾਰੀ ਹੋਣਾ, ਗੁਰੂ ਘਰ ਵਿੱਚ ਜਾ ਕੇ ਮਨ ਸ਼ਾਂਤ ਹੋਣਾ, ਚੰਗੇ ਪਾਸੇ ਤੁਰਨ ਦੀ ਗੱਲ ਕਰਨੀ ਚਾਹੀਦੀ। ਬੀਬੀ ਨੇ ਜਦੋਂ ਆਖਿਆ ਤੇ ਉਹ ਭਾਗਾਂ ਵਾਲੀ ਬੀਬੀ ਦੇ ਬਚਨ ਸੁਣ ਕੇ ਭਾਈ ਜੋਧ ਰਾਏ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਲਈ ਤਿਆਰ ਹੋ ਪਏ। ਆਛੇ ਕਰੀ ਉਪਾਇ ਨ ਤਿਆਰ, ਅੱਛੀਆਂ ਵਧੀਆ ਵਧੀਆ ਭੇਟਾਵਾਂ ਤਿਆਰ ਕਰ ਲਈਆਂ ਜੀਨ ਤਰੰਗਮ ਭਰ ਸ਼ਿੰਗਾਰ। ਤੇ ਸਾਧ ਸੰਗਤ ਜੀ ਘੋੜਿਆਂ ਤੇ ਕਾਠੀਆਂ ਪਾ ਲਈਆਂ, ਘੋੜੇ ਸ਼ਿੰਗਾਰ ਲਏ। ਬਸਤਰ ਵਿਭੂਖਨ ਤਨ ਕੋ ਲੀਨ, ਗੁਰੂ ਮਹਾਰਾਜ ਨੂੰ ਘੋੜਾ ਭੇਟਾ ਕਰਨ ਵਾਸਤੇ ਘੋੜਾ ਤਿਆਰ ਕੀਤਾ। ਬਹੁਤ ਸਾਰੇ ਸ਼ਸਤਰ ਬਸਤਰ ਮਾਇਆ ਨਾਲ ਲੈ ਲਈ, ਚੱਲਿਓ ਮਿਲਨ ਸੰਗ ਸੈਨਾ ਕੀਨ। ਨਾਲ ਆਪਣੀ ਫੌਜ ਵੀ ਲੈ ਲਈ, ਘੋੜਿਆਂ ਤੇ ਕਾਠੀਆਂ ਪਾ ਕੇ ਫੌਜੀ ਵੀ ਨਾਲ ਤਿਆਰ ਕਰ ਲਏ ਭਾਈ ਜੋਧ ਸ਼ਾਹ ਨੇ। ਦੁੰਦਪ ਕੋ ਬਜਾਵ ਅਵਤ ਆਇਓ, ਜੋਧ ਸ਼ਾਹ ਨਗਾਰੇ ਵਜਾਉਂਦਾ ਹੋਇਆ ਬੜੀ ਸ਼ਾਨੋ ਸ਼ੌਕਤ ਨਾਲ ਫੌਜਾਂ ਲੈ ਕੇ ਗੁਰੂ ਸਾਹਿਬ ਨੂੰ ਘੋੜਾ ਭੇਟਾ ਕਰਨ ਲਈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆ ਗਿਆ। ਭਰਾਤ ਸਲੇਮ ਸ਼ਾਹ ਸੰਗ ਲਿਆਇਓ, ਆਪਣੇ ਭਰਾ ਸਲੇਮ ਸ਼ਾਹ ਨੂੰ ਵੀ ਨਾਲ ਲਿਆਇਆ। ਜੋਧ ਰਾਏ ਦਾ ਭਰਾ ਸੀ ਸਲੇਮ ਸ਼ਾਹ। ਇਹ ਦੋਵੇਂ ਭਰਾ ਆਏ ਹਨ। ਦਾਰਾ ਆਨ ਸਾਥ ਨਿਜ ਪਿਆਰੀ, ਤੇ ਆਪਣੀ ਪਿਆਰੀ ਧਰਮ ਪਤਨੀ ਜਿਹੜੀ ਗੁਰੂ ਕੇ ਸਿੱਖਾਂ ਦੀ ਬੇਟੀ ਸੀ ਤੇ ਕਈ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਮਹਾਰਾਜ ਦੇ ਦਰਸ਼ਨ ਕਰ ਚੁੱਕੀ ਸੀ, ਉਸ ਭਾਗਾਂ ਵਾਲੀ ਬੀਬੀ ਨੂੰ ਵੀ ਲੈ ਆਇਆ। ਪੂਰਬ ਹੀ ਗੁਰਮਤਿ ਜਨ ਧਾਰੀ, ਇਹ ਭਾਗਾਂ ਵਾਲੀ ਬੀਬੀ ਪਹਿਲਾਂ ਹੀ ਗੁਰਮਤਿ ਧਾਰਨ ਕਰ ਚੁੱਕੀ ਸੀ। ਪਤੀ ਨੇ ਤੇ ਅਜੇ ਦਰਸ਼ਨ ਕਰਨੇ ਆ, ਪਤੀ ਨੇ ਤਾਂ ਸਿੱਖੀ ਧਾਰਨ ਕਰਨੀ ਹੈ, ਪਰ ਪਤਨੀ ਪਹਿਲਾਂ ਹੀ ਗੁਰਸਿੱਖ ਸੀ। ਸ਼੍ਰੀ ਹਰਗੋਬਿੰਦ ਨਿਕਟ ਪਠਾਇਓ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦੇ ਕੋਲ ਭੇਜਿਆ। ਆਨ ਦੂਤ ਪਗ ਮਾਥ ਨਿਵਾਇਓ, ਬੰਦਾ ਭੇਜ ਕੇ, ਦੂਤ ਭੇਜ ਕੇ ਖਬਰ ਭੇਜੀ। ਦੂਤ ਨੇ ਆ ਕੇ ਮੱਥਾ ਟੇਕਿਆ ਗੁਰੂ ਜੀ ਨੂੰ ਤੇ ਬੇਨਤੀ ਕੀਤੀ, ਜੋਧ ਸ਼ਾਹ ਆਇਓ ਮਹਾਰਾਜ। ਹੇ ਮਹਾਰਾਜ, ਹੇ ਸਤਿਗੁਰੂ ਜੀ, ਕਾਂਗੜ ਦਾ ਰਾਜਾ ਦੀਨੇ ਕਾਂਗੜ ਦਾ ਜੋਧ ਰਾਏ ਜੋਧ ਸ਼ਾਹ ਆਪ ਜੀ ਦੇ ਦਰਸ਼ਨਾਂ ਲਈ ਆਇਆ ਹੈ। ਇੱਕ ਰਾਵਰ ਦਰਸ਼ਨ ਕੇ ਕਾਜ, ਉਹਦਾ ਹੋਰ ਕੋਈ ਮਕਸਦ ਨਹੀਂ, ਕੇਵਲ ਆਪ ਜੀ ਦੇ ਦਰਸ਼ਨਾਂ ਲਈ ਆਇਆ। ਸਿਰਫ ਆਪ ਦੇ ਦਰਸ਼ਨਾਂ ਦੀ ਇੱਛਾ ਹੈ ਮਨ ਦੇ ਵਿੱਚ। ਜੋਧ ਰਾਏ ਬੜੀ ਭਾਵਨਾ ਨਾਲ ਆ ਰਿਹਾ ਹੈ। ਸਤਿਗੁਰੂ ਜੀ, ਜਬ ਆਇਸ ਕੋ ਕਰਹੁ ਗੁਸਾਈ, ਜੇ ਆਪ ਜੀ ਦਾ ਹੁਕਮ ਹੋਵੇ, ਆਗਿਆ ਹੋਵੇ ਤੇ ਉਹ ਆਵੇ, ਤੇ ਜਦੋਂ ਆਪ ਜੀ ਆਗਿਆ ਕਰੋਗੇ ਉਦੋਂ ਦਰਸ਼ਨ ਕਰੇਗਾ। ਕਿਉਂਕਿ ਉਹ ਰਾਜਾ ਸੀਗਾ ਤੇ ਗੁਰੂ ਸਾਹਿਬ ਜਦੋਂ ਦਰਬਾਰ ਸਜਾਣਗੇ, ਮਰਿਆਦਾ ਨਾਲ ਬੈਠਣਗੇ, ਉਦੋਂ ਉਹ ਆ ਕੇ ਦਰਸ਼ਨ ਕਰੇਗਾ। ਕਦੋਂ ਮਹਾਰਾਜ ਉਹਨੂੰ ਆਪ ਜੀ ਦਰਸ਼ਨ ਦਿਓਗੇ? ਆਨ ਲਗਹਿ ਤਬ ਪੰਕਜ ਪਾਈ, ਜਦੋਂ ਆਪ ਜੀ ਸਮਾਂ ਦਿਓਗੇ ਉਦੋਂ ਰਾਜਾ ਆ ਕੇ ਆਪ ਦੇ ਚਰਨ ਪਰਸੇਗਾ। ਸੁਨਗਰ ਕਹਿਓ ਪ੍ਰਾਤ ਹੋਏ ਮੇਲਾ, ਸਤਿਗੁਰੂ ਕਹਿਣ ਲੱਗੇ ਜੀ ਆਇਆਂ ਨੂੰ, ਜੋ ਜੀ ਆਵੇ ਸੋ ਰਾਜੀ ਜਾਵੇ। ਤੇ ਬਾਬੇ ਨਾਨਕ ਦਾ ਘਰ ਹੈ ਸਾਰਿਆਂ ਲਈ ਖੁੱਲ੍ਹਾ, ਇੱਥੇ ਕਿਸੇ ਨੂੰ ਰੁਕਾਵਟ ਨਹੀਂ। ਹਿੰਦੂ ਹੋਵੇ, ਮੁਸਲਮਾਨ ਹੋਵੇ, ਕਿਸੇ ਕੌਮ ਜਾਤੀ ਦਾ ਹੋਵੇ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜੀ ਆਇਆਂ ਨੂੰ। ਸਤਿਗੁਰੂ ਕਹਿੰਦੇ ਕੱਲ੍ਹ ਨੂੰ ਸਵੇਰੇ ਦਰਬਾਰ ਸਜੇਗਾ ਸਾਡਾ, ਸਾਡੇ ਦਰਬਾਰ ਵਿੱਚ ਰਾਜਾ ਆਵੇ, ਉਹਨੂੰ ਮਿਲਾਂਗੇ, ਜ਼ਰੂਰ ਦਰਸ਼ਨ ਕਰੇ। ਕੇਤਕ ਲਸ਼ਕਰ ਸੰਗ ਸਕੇਲਾ, ਤੇ ਉਹਨੂੰ ਪੁੱਛਦੇ ਪਹਿਰੇਦਾਰ ਨੂੰ ਵੀ ਫੌਜ ਕਿੰਨੀ ਕੁ ਲੈ ਕੇ ਆਇਆ ਨਾਲ? ਹਾਂਜੀ, ਦੂਤ ਬਤਾਵਨ ਕੀਨਤ ਦਾਈ, ਉਸ ਦੂਤ ਨੇ ਦੱਸਿਆ ਰਹਿ 500 ਸੂਰ ਸਦਾਈ। ਮਹਾਰਾਜ 500 ਸਵਾਰ ਤੇ ਹਰ ਵੇਲੇ ਤੇ ਨਾਲ ਹੀ ਰਹਿੰਦੇ। ਕੁਝ ਫੌਜ ਪਿੰਡ ਰਹਿੰਦੀ ਹੈ, ਕੁਝ ਇੱਥੇ ਨਾਲ 500 ਬੰਦਾ ਤੇ ਹਰ ਵੇਲੇ ਨਾਲ ਰਹਿੰਦਾ। ਇਮ ਕਹਿ ਸੁਨ ਕਰ ਨਿਸਾ ਬਿਤਾਈ, ਇਸ ਤਰ੍ਹਾਂ ਗੱਲਬਾਤ ਹੋ ਗਈ ਵੀ ਕੱਲ੍ਹ ਨੂੰ ਮੁਲਾਕਾਤ ਹੋਣੀ ਹੈ ਜੋਧ ਰਾਏ ਨਾਲ। ਤੇ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਰਾਤ ਬਤੀਤ ਕੀਤੀ ਹੈ।
ਹੋਤ ਪ੍ਰਾਤ ਗੁਰ ਸਭਾ ਲਗਾਈ। ਅਗਲਾ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਉੱਠੇ, ਇਸ਼ਨਾਨ ਪਾਣ ਕਰਕੇ ਨਿਤਨੇਮ ਕਰਕੇ ਤੇ ਫਿਰ ਦੀਵਾਨ ਲਾਇਆ। ਦੀਵਾਨ ਦੇ ਵਿੱਚ, ਦਰਬਾਰ ਦੇ ਵਿੱਚ ਸਤਿਗੁਰੂ ਬੜੇ ਸੁੰਦਰ ਤਖਤ ਤੇ ਬਿਰਾਜੇ ਹਨ। ਸਪਟ ਮਸੰਦ ਬਰਿੰਦ ਥਿਤ ਪਾਸ। ਗੁਰੂ ਕੀਆਂ ਫੌਜਾਂ, ਭਾਈ ਬਿਧੀ ਚੰਦ ਵਰਗੇ ਸੂਰਮੇ ਅਤੇ ਹੋਰ ਸਿੱਖ ਸੰਗਤਾਂ ਸਾਰੀਆਂ ਆ ਗਈਆਂ ਤੇ ਦਰਬਾਰ ਸਜ ਗਿਆ। ਖਰੋ ਮੇਵਰੋ ਹਿਤ ਅਰਦਾਸ। ਤੇ ਮੇਵੜਾ ਅਰਦਾਸ ਕਰਨ ਲਈ ਖੜਾ ਹੋ ਗਿਆ। ਅਰਦਾਸੀਆ ਮਹਾਰਾਜ ਦੇ ਸਾਹਮਣੇ ਜੋ ਸੰਗਤਾਂ ਦੀਆਂ ਭੇਟਾਂ ਦੀ ਅਰਦਾਸ ਕਰਦਾ ਸੀ, ਉਹ ਮਹਾਰਾਜ ਦੇ ਚਰਨਾਂ ਵਿੱਚ ਖੜਾ ਹੈ। ਸ਼ਬਦ ਰਬਾਬੀ ਰਾਗ ਅਜਾਬ। ਤੇ ਰਾਗੀਆਂ ਨੇ ਬੜੇ ਸੋਹਣੇ ਰਾਗ ਛੇੜੇ ਹਨ ਤੇ ਕੀਰਤਨ ਸ਼ੁਰੂ ਕੀਤਾ। ਸ਼ਬਦ ਕੀਰਤਨ ਰਾਗਾਂ 'ਚ ਕਰਦੇ ਹਨ। ਬਜਤ ਮਰਦੰਗਾ ਸੰਗ ਰਬਾਬ। ਰਬਾਬ ਵੱਜਣ ਲੱਗੀ, ਤਾਨਪੂਰਾ ਵੱਜਣ ਲੱਗਾ, ਸਰੰਦਾ ਵੱਜਣ ਲੱਗਾ ਤੇ ਸਾਜ਼ ਵੱਜਦੇ ਤੇ ਨਾਲ ਮਿਰਦੰਗ ਵੱਜਦੀ। ਹਾਂਜੀ। ਚਮਰ ਚਾਰ ਢੋਰਤ ਚਾਹ ਔਰ। ਚੌਰ ਬਰਦਾਰ ਗੁਰੂ ਸਾਹਿਬ ਦੇ ਸੀਸ ਤੇ ਚੌਰ ਕਰ ਰਹੇ ਨੇ। ਉੱਤੇ ਬੜਾ ਸੋਹਣੀ ਚੰਦੋਆ ਚਾਨਣੀ ਲੱਗ ਗਈ ਹੈ ਤੇ ਗੁਰੂ ਸਾਹਿਬ ਜੀ ਬੜੇ ਸੁੰਦਰ ਤਖਤ ਤੇ ਬਿਰਾਜਮਾਨ ਹਨ। ਗੋਲ ਗੋਲ ਸਰਾਣੇ ਗੁਰੂ ਸਾਹਿਬ ਦੇ ਅੱਗੇ ਪਿੱਛੇ, ਸਾਈਡਾਂ ਤੇ, ਸੱਜੇ ਪਾਸੇ ਵੀ, ਖੱਬੇ ਪਾਸੇ ਸਜਾਏ, ਗੱਦੀ ਤੇ ਪਿੱਛੇ ਵੀ। ਇਸ ਤਰ੍ਹਾਂ ਮਹਾਰਾਜ ਦਾ ਦਰਬਾਰ ਸਜਿਆ, ਬਹੁਤ ਸੋਹਣਾ, ਰਾਜਿਆਂ ਮਹਾਰਾਜਿਆਂ ਵਾਲਾ। ਸਿੱਖ ਟੇਕਤ ਮਸਤਕ ਕਰ ਜੋਰ। ਸੰਗਤਾਂ ਆ ਕੇ ਗੁਰੂ ਸਾਹਿਬ ਨੂੰ ਮੱਥੇ ਟੇਕਦੀਆਂ ਹਨ। ਸੂਰਜ ਮੁਖੀ ਬੀਜ ਨਾ ਫਿਰਹੀ। ਸੂਰਜਮੁਖੀ ਪੱਖਾ ਜਿਹੜਾ ਹੈ ਨਾ, ਉਹ ਚੱਲਦੇ ਨੇ। ਸਰਬ ਸਰੀਰਨ ਸਵਾਦ ਸਹਰਹੀ। ਔਰ ਸਾਧ ਸੰਗਤ ਜੀ ਸਾਰੀਆਂ ਸੰਗਤਾਂ 'ਚ ਸਿੱਖ ਪ੍ਰੇਮੀ ਪੱਖੇ ਲੈ ਕੇ ਚੱਲ ਰਹੇ ਨੇ ਤਾਂ ਕਿ ਕਿਸੇ ਨੂੰ ਗਰਮੀ ਨਾ ਲੱਗੇ। ਖਰੇ ਨਕੀਬ ਅਗਾਰੀ ਬੋਲਤ। ਨਕੀਬ ਕਹਿੰਦੇ ਭੱਟਾਂ ਨੂੰ। ਅੱਗੇ ਖੜ ਕੇ ਨਾ ਨਕੀਬ ਬੋਲਦੇ। ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਇਹ ਮਰਿਆਦਾ ਸੀ ਵੀ ਭੱਟ ਲੋਕ ਕਵਿਤ ਗਾਇਆ ਕਰਦੇ ਸੀ, ਸਵਈਏ ਪੜ੍ਹਦੇ ਸੀ। ਗੁਰੂ ਮਹਾਰਾਜ ਗੁਰੂ ਰਾਮਦਾਸ ਦੇ ਦਰਬਾਰ 'ਚ ਅੱਜ ਵੀ ਉਹ ਮਰਿਆਦਾ ਮੌਜੂਦ ਹੈ। ਜਦੋਂ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਉਂਦੇ ਨੇ ਨਾ, ਉਦੋਂ ਭੱਟਾਂ ਦੇ ਸਵਈਏ ਸੰਗਤਾਂ 'ਚ ਪ੍ਰੇਮੀ ਜਨ ਭੱਟਾਂ ਦੇ ਰੂਪ ਵਿੱਚ ਹੀ, ਜਿਵੇਂ ਉਦੋਂ ਭੱਟ ਗਾਇਆ ਕਰਦੇ ਸੀ, ਅੱਜ ਗੁਰਸਿੱਖ ਉਹ ਹੀ ਪੜ੍ਹਦੇ। ਸਵਈਏ ਵੀ ਭੱਟਾਂ ਦੇ ਉਚਾਰਨ ਕੀਤੇ। ਉਹਨੂੰ ਨਕੀਬ ਵੀ ਕਹਿੰਦੇ। ਨਕੀਬ ਬੋਲਦਾ ਹੈ, ਜਿਵੇਂ ਮਹਾਰਾਜ ਦਾ ਉਪਮਾ ਅਲੰਕਾਰ ਬੰਨ੍ਹ ਕੇ ਵੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੱਦੀ ਦੇ ਮਾਲਕ, ਸ੍ਰੀ ਗੁਰੂ ਰਾਮਦਾਸ ਜੀ ਦੇ ਪੋਤਰੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ, ਦੇਗ ਤੇਗ ਦੇ ਧਨੀ, ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰਸੂਰਮਾ, ਬੜ ਜੋਧਾ ਬੋ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿਧਾਰ ਰਹੇ ਹਨ। ਤਾਂ ਉਸ ਵੇਲੇ ਫਿਰ ਮਹਾਰਾਜ ਦਰਬਾਰ 'ਚ ਆਉਂਦੇ, ਤਖਤ 'ਤੇ ਬੈਠ ਜਾਂਦੇ। ਦੋਵੇਂ ਪਾਸੇ ਚੌਰ ਝੁੱਲਦਾ ਹੈ, ਸੀਸ ਤੇ ਚੰਦੋਆ ਸ਼ੋਭਦਾ ਹੈ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਰਾਜਿਆਂ ਦੇ ਰਾਜੇ ਤੇ ਮਹਾਰਾਜਿਆਂ ਦੇ ਮਹਾਰਾਜੇ ਹਨ ਸਤਿਗੁਰੂ ਜੀ। ਅਰਪਤ ਲੋਕ ਅਗਾਰੀ ਦੌਲਤ। ਤੇ ਦੌਲਤਾਂ ਖਜ਼ਾਨੇ ਭਰੇ ਪਏ ਨੇ। ਸੰਗਤਾਂ ਲਿਆ ਕੇ ਭੇਟਾਂ ਰੱਖੀ ਜਾਂਦੀਆਂ, ਮੱਥੇ ਟੇਕਦੀਆਂ ਨੇ। ਬਸਤਰ ਸ਼ਸਤਰ ਕੋ ਜੋਧ ਸਜਾਏ। ਭਾਈ ਜੋਧ ਰਾਏ ਜੀ ਬਸਤਰ ਸ਼ਸਤਰ ਸਜਾ ਕੇ ਸੰਗ ਲਿਏ ਜੋਧਾ ਸਮੁਦਾਏ। ਔਰ ਸਾਰੇ ਜੋਧੇ ਸੂਰਬੀਰ ਨਾਲ ਲੈ ਕੇ ਅਰਪਨ ਹਿਤ ਅਕੋਰ ਕਰ ਆਗੇ। ਔਰ ਜਿਹੜੀਆਂ ਭੇਟਾਵਾਂ ਗੁਰੂ ਸਾਹਿਬ ਨੂੰ ਭੇਟਾਂ ਦੇਣੀਆਂ ਨੇ, ਉਹ ਅੱਗੇ ਸੇਵਾਦਾਰਾਂ ਕੋਲੋਂ, ਨੌਕਰਾਂ ਕੋਲੋਂ ਚੁਕਵਾਈਆਂ ਹੋਈਆਂ ਨੇ। ਥਾਲ ਵੱਡੇ ਵੱਡੇ ਰਕੇਬ ਭਰੇ ਹੋਏ ਨੇ। ਕਿਸੇ ਵਿੱਚ ਸੋਨੇ ਦੇ ਗਹਿਣੇ ਹਨ, ਕਿਸੇ 'ਚ ਸ਼ਸਤਰ ਹਨ, ਕਿਸੇ 'ਚ ਸੋਹਣੇ ਬਸਤਰ ਹਨ। ਫਲਾਂ ਫਰੂਟਾਂ ਦੇ, ਮਠਿਆਈਆਂ ਦੇ, ਡਰਾਈ ਫਰੂਟ ਦੇ ਟੋਕਰੇ ਭਰੇ ਹੋਏ ਹਨ। ਆਇਓ ਦਰਸ਼ਨ ਹਿਤ ਅਨੁਰਾਗੇ। ਔਰ ਘੋੜੇ ਸ਼ਿੰਗਾਰ ਕੇ ਲਿਆਇਆ ਬੜੇ ਸੋਹਣੇ। ਮਹਾਰਾਜ ਦੇ ਦਰਸ਼ਨਾਂ ਲਈ ਆਇਆ ਜੋਧ ਰਾਏ ਕਾਂਗੜ ਦਾ ਰਾਜਾ। ਗੁਰ ਕੇ ਚਰਨ ਕਮਲ ਧਰ ਹਾਥ। ਤੇ ਗੁਰੂ ਸਾਹਿਬ ਦੇ ਚਰਨਾਂ ਤੇ ਹੱਥ ਰੱਖ ਕੇ ਹੋਏ ਨਿਮਰਪਨ ਟੇਕਿਓ ਮਾਥ। ਬੜੀ ਨਿਮਰਤਾ ਨਾਲ ਜੋਧਸ਼ਾਹ ਨੇ ਮੱਥਾ ਟੇਕਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ। ਚਿਤ ਆਵਹਿ ਸਤਿਗੁਰ ਗੁਰ ਕਹਿਓ। ਤੇ ਮਹਾਰਾਜ ਆਸ਼ੀਰਵਾਦ ਦਿੱਤਾ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਆਸ਼ੀਰਵਾਦ ਦਿੱਤਾ
ਕਹਿੰਦੇ ਗੁਰੂ ਚੇਤੇ ਆਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਕਾਸ਼ ਮਹਾਰਾਜ ਸਾਨੂੰ ਵੀ ਕਦੀ ਕਹਿ ਦੇਣ ਇੱਦਾਂ ਵੀ ਸਿੱਖਾ ਤੈਨੂੰ ਗੁਰੂ ਚੇਤੇ ਆਵੇ। ਇਦੋਂ ਵੱਡੀ ਕੋਈ ਦਾਤ ਨਹੀਂ। ਨਾਮ ਦੀ ਦਾਤ ਹੈ, ਸਿਮਰਨ ਦੀ ਦਾਤ, ਚੇਤੇ ਆਵੇ। ਕਦੀ ਭੁੱਲੇ ਹੀ ਨਾ ਵਾਹਿਗੁਰੂ 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 ਜਪਦੇ ਹੀ ਰਹੀਏ। ਇੱਦਾਂ ਗੁਰੂ ਸਾਹਿਬ ਨੇ ਵਰ ਦਿੱਤਾ। ਕਹਿਣ ਲੱਗੇ ਜਾ ਭਾਈ ਤੈਨੂੰ ਗੁਰੂ ਚੇਤੇ ਆਵੇ। ਦੇਖਤ ਹੀ ਪ੍ਰਸੰਨ ਹੋਇਆ ਰਹਿਓ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਦੇ, ਮਹਾਰਾਜ ਦਾ ਨੂਰਾਨੀ ਚਿਹਰਾ, ਸ਼ਾਂਤੀ ਵੀ ਹੈ ਚਿਹਰੇ ਤੇ, ਕ੍ਰਾਂਤੀ ਵੀ ਹੈ, ਭਗਤੀ ਵੀ ਹੈ, ਸ਼ਕਤੀ ਵੀ ਹੈ, ਸੰਤਾਂ ਵਾਲਾ ਸੁਭਾਅ ਵੀ ਹੈ ਤੇ ਸੂਰਬੀਰਾਂ ਵਾਲਾ ਲਿਬਾਸ ਵੀ ਹੈ। ਦੋਵੇਂ ਗੱਲਾਂ ਵੇਖੀਆਂ ਇਕੱਠੀਆਂ। ਮੀਰੀ ਪੀਰੀ ਦੀਆਂ ਤੇਗਾਂ ਪਾਈਆਂ ਹੋਈਆਂ, ਸੀਸ ਤੇ ਕਲਗੀ, ਬਾਦਸ਼ਾਹ ਤੋਂ ਵੱਧ ਕੇ ਮਹਾਰਾਜ ਦਾ ਜਲਾਲ ਹੈ ਤੇ ਚਿਹਰੇ ਤੇ ਸੰਤਾਂ ਮਹਾਂਪੁਰਸ਼ਾਂ ਵਾਲੀ ਸ਼ਾਂਤੀ ਹੈ। ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਹੁੰਦੀਆਂ। ਦੋਵੇਂ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦੇ ਕੋਲ ਵੇਖੀਆਂ, ਮਨ ਗਦ-ਗਦ ਹੋ ਗਿਆ, ਬਾਗੋ ਬਾਗ ਹੋ ਗਿਆ। ਇੱਕ ਤਾਂ ਡੀਲ ਸਰੀਰ ਬੁਲੰਦ, ਇੱਕ ਤਾਂ ਡੀਲ ਡੌਲ ਬੜੀ ਹੈ। ਐਡਾ ਕੱਦ ਕਾਠ, ਐਡਾ ਜਵਾਨ ਬੰਦਾ ਵੇਖਿਆ ਹੀ ਨਹੀਂ ਕਦੀ। ਜਿੱਡੇ ਮਹਾਰਾਜ ਛੇਵੇਂ ਪਾਤਸ਼ਾਹ ਹੋਏ ਨਾ, ਐਡਾ ਕਿਸੇ ਦਾ ਸਾਧ ਸੰਗਤ ਜੀ ਕੱਦ ਕਾਠ ਨਹੀਂ ਹੋਇਆ। ਬੜੇ ਬੜੇ ਕਹਿੰਦੇ ਕਹਾਂਦੇ ਸੂਰਮੇ, ਪੈਂਦੇ ਖਾਂ ਮਹਾਰਾਜ ਨੇ ਕਿੱਡਾ ਯੋਧਾ ਪਾਲਿਆ ਸੀ। ਸਤਿਗੁਰੂ ਜਦੋਂ ਉਹਦਾ ਹੱਥ ਫੜ ਕੇ ਘੁੱਟ ਦਿੰਦੇ ਸੀ ਨਾ, ਉਹਦਾ ਹੱਥ ਵੀ ਦੁਖਣ ਲੱਗ ਜਾਂਦਾ ਸੀ ਤੇ ਕਹਿੰਦਾ ਸੀ ਮਹਾਰਾਜ ਉੱਦਾਂ ਤਾਂ ਮੇਰਾ ਹੱਥ ਕੋਈ ਨਹੀਂ ਘੁੱਟ ਸਕਦਾ, ਪਰ ਤੁਹਾਡੇ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ, ਤੁਸੀਂ ਕਰਾਮਾਤ ਨਾਲ ਦਬਾ ਲੈਂਦੇ ਹੋ। ਕਹਿੰਦਾ ਕਾਬਲ ਬੇਗ ਬੜਾ ਯੋਧਾ ਸੀ, ਗੁਰੂ ਸਾਹਿਬ ਦੇ ਨਾਲ ਯੁੱਧ ਕਰਨ ਲਈ ਕਾਬਲ ਤੋਂ ਆਇਆ ਸੀ, ਲਲਾ ਬੇਗ ਦਾ ਭਤੀਜਾ। ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਇੱਕੋ ਤੇਗ ਨਾਲ ਝੜਕ ਦਿੱਤਾ ਸੀਗਾ। ਬੜੇ ਬੜੇ ਸੂਰਮੇ ਜੰਗ 'ਚ ਮਾਰੇ ਮਹਾਰਾਜ ਨੇ, ਐਡੇ ਬਲੀ ਸਨ ਵੀ ਘੋੜਾ ਵੀ 15-20 ਮਿੰਟ ਬਾਅਦ ਭਾਰ ਚੱਲੋਂ ਹਾਕੀ ਉਹ ਦੂਜਾ ਘੋੜਾ ਬਦਲਣਾ ਪੈਂਦਾ ਸੀ। 2 ਘੋੜੇ ਕੋਤਲ ਨਾਲ ਤਿਆਰ ਰਹਿੰਦੇ ਸਨ। ਇਹੋ ਜਿਹੇ ਬਲੀ ਸਨ ਛੇਵੇਂ ਪਾਤਸ਼ਾਹ ਜੀ। ਜਰੇ ਜਰਾਓ ਬੇ ਭੂਖਨ ਬ੍ਰਿੰਦ, ਤੇ ਮਹਾਰਾਜ ਗਾਤਰੇ ਤੇਗਾਂ ਪਾਈਆਂ ਹੋਈਆਂ, ਬੜੇ ਸੋਹਣੇ ਹੀਰੇ ਮੋਤੀ ਸਤਿਗੁਰਾਂ ਨੇ ਮਾਲਾ ਹੀਰਿਆਂ ਮੋਤੀਆਂ ਦੀ ਗਲ 'ਚ ਪਾਈ। ਕਲਗੀ ਦੇ 'ਚ ਮੋਤੀਆਂ ਦੇ ਗੁੱਛੇ ਲਿਸ਼ਕਦੇ ਹਨ। ਕਮਲ ਪੱਤਰ ਸਮ ਆਇਓ ਤਲੋਚਨ, ਤੇ ਅੱਖਾਂ ਮਹਾਰਾਜ ਦੀਆਂ ਕਮਲ ਦੀਆਂ ਪੰਖੜੀਆਂ ਵਰਗੀਆਂ ਵੱਡੀਆਂ ਵੱਡੀਆਂ ਸੋਹਣੀਆਂ ਸੋਹਣੀਆਂ ਹਨ। ਕਿਰਪਾ ਕਟਾਖਨ ਸੋਚ ਬਿਮੋਚਨ, ਜਿਹਦੇ ਵੱਲ ਮਹਾਰਾਜ ਮਿਹਰ ਦੀ ਨਿਗਾਹ ਕਰ ਦਿੰਦੇ ਆ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਇਹਨਾਂ ਸੋਹਣਿਆਂ ਨੇਤਰਾਂ ਨਾਲ ਜਿਹਦੇ ਵੱਲ ਵੀ ਦੇਖ ਲੈਂਦੇ ਆ ਨਾ, ਉਹਦੇ ਜਨਮਾਂ ਜਨਮਾਂ ਦੇ ਦੁੱਖ ਕੱਟ ਦਿੰਦੇ ਸਤਿਗੁਰੂ। ਸਤਿਗੁਰ ਬੂਝੀ ਕੁਸ਼ਲ ਬਤਾਈ, ਐਸੇ ਸੋਹਣੇ ਸਤਿਗੁਰੂ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਭਾਈ ਜੋਧ ਰਾਏ ਨੂੰ ਪੁੱਛਦੇ, ਸੁਣਾਓ ਭਾਈ ਪਰਿਵਾਰ ਦਾ ਕੀ ਹਾਲ ਹੈ? ਸਰੀਰ ਠੀਕ ਹੈ? ਨਗਰ ਨਿਵਾਸੀ ਇਲਾਕਾ ਸਾਰਾ ਰਾਜੀ ਹੈ? ਤੇਰੀ ਪਰਜਾ ਨੂੰ ਕੋਈ ਦੁੱਖ ਤਾਂ ਨਹੀਂ ਹੈ? ਇੱਦਾਂ ਜਦੋਂ ਸਾਰੀਆਂ ਗੱਲਾਂ ਪ੍ਰੇਮ ਨਾਲ ਪੁੱਛੀਆਂ, ਉਹਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਸਭ ਠੀਕ ਹੈ। ਹਾਂਜੀ, ਪੁਨ ਸ਼ਸਤਰਨ ਕੀ ਬਾਤ ਚਲਾਈ। ਫਿਰ ਮਹਾਰਾਜ ਉਹਨੂੰ ਪੁੱਛਦੇ, ਸੁਣਾ ਜੋਧ ਰਾਏ ਸ਼ਸਤਰ ਵਿਦਿਆ ਕਿੰਨੀ ਕੁ ਸਿੱਖੀ ਹੈ? ਸ਼ਸਤਰ ਚਲਾਣੇ ਆਉਂਦੇ? ਸਤਿਗੁਰੂ ਸ਼ਸਤਰ ਵਿਦਿਆ ਦਾ ਬਹੁਤ ਅਭਿਆਸ ਕਰਦੇ ਸੀ, ਆਪਣੇ ਸਿੱਖਾਂ ਤੋਂ ਕਰਾਉਂਦੇ ਸੀ। ਮਹਾਰਾਜ ਕਹਿੰਦੇ ਸ਼ਸਤਰ ਵਿਦਿਆ ਬਾਰੇ ਦੱਸ, ਸ਼ਸਤਰਾਂ ਬਾਰੇ ਦੱਸ। ਬਾਹਰ ਜੁੱਧ ਕੋ ਚਲਿਓ ਪ੍ਰਸੰਗ, ਫਿਰ ਯੁੱਧ ਦੀਆਂ ਗੱਲਾਂ ਚੱਲ ਪਈਆਂ। ਉਹ ਵੀ ਯੋਧਾ ਸੀਗਾ ਜੋਧ ਰਾਏ। ਗੁਰੂ ਸਾਹਿਬ ਉਹਦੇ ਨਾਲ ਸ਼ਸਤਰਾਂ ਦੀ ਗੱਲਾਂ ਕਰਦੇ ਕਰਦੇ ਜੰਗਾਂ ਵੱਲ ਚਲੇ ਗਏ ਤੇ ਜੰਗਾਂ ਯੁੱਧਾਂ ਦੇ ਪ੍ਰਸੰਗ ਚੱਲ ਪਏ। ਜੈਸੇ ਭਏ ਸ਼ਾਹ ਕੇ ਸੰਗ, ਤੇ ਫਿਰ ਜੋਧ ਰਾਏ ਨੇ ਪੁੱਛਿਆ ਮਹਾਰਾਜ ਪਤਾ ਲੱਗਾ ਸੀ ਕਿ ਆਪ ਜੀ ਦੀਆਂ ਵੀ 2 ਵੱਡੀਆਂ ਜੰਗਾਂ ਬਾਦਸ਼ਾਹ ਦੀਆਂ ਫੌਜਾਂ ਨਾਲ ਹੋਈਆਂ? ਤੇ ਮਹਾਰਾਜ ਕਹਿੰਦੇ ਹਾਂ ਬਈ ਜੋਧ ਰਾਏ 2 ਜੰਗਾਂ ਬੜੀਆਂ ਵੱਡੀਆਂ, ਪਹਿਲੀ ਅੰਮ੍ਰਿਤਸਰ ਹੋਈ, ਦੂਜੇ ਬਿਆਸਾ ਦਰਿਆ ਦੇ ਕੰਢੇ ਸ੍ਰੀ ਹਰਗੋਬਿੰਦਪੁਰੇ ਹੋਈ। ਹਾਂਜੀ, ਇਤਿਆਦਿਕ ਬਹੁ ਬਾਕ ਬਿਲਾਸ। ਇੱਦਾਂ ਖੁੱਲਾ ਸਮਾਂ ਬੈਠੇ ਰਹੇ ਜੋਧ ਰਾਏ ਵੀ, 2-2.5 ਘੰਟੇ ਬੈਠਾ ਰਿਹਾ ਗੁਰੂ ਜੀ ਕੋਲ। ਤੇ ਗੁਰੂ ਸਾਹਿਬ ਵੀ ਉਹਦੇ ਨਾਲ ਕਦੀ ਸ਼ਸਤਰਾਂ ਬਾਰੇ, ਕਦੀ ਘੋੜਿਆਂ ਬਾਰੇ, ਕਦੀ ਸ਼ਿਕਾਰ ਬਾਰੇ, ਕਦੀ ਜੰਗ ਯੁੱਧ ਬਾਰੇ ਸਾਰੇ ਮਹਾਰਾਜ ਬਚਨ ਉੱਦਾਂ ਹੀ ਕਰਦੇ ਰਹੇ। ਕਿਉਂਕਿ ਮਹਾਂਪੁਰਸ਼ ਬੜੇ ਸਿਆਣੇ ਹੁੰਦੇ ਆ, ਉਹ ਵੇਖ ਲੈਂਦੇ ਆ ਬੰਦਾ ਕਿੱਦਾਂ ਦੀ ਗੱਲ ਸਮਝ ਸਕਦਾ, ਕਿੱਦਾਂ ਦੀ ਇਹਨੂੰ ਸਮਝਾਈ ਜਾ ਸਕਦੀ ਹੈ।
ਜੇ ਕੋਈ ਭਗਤੀ ਦੀ ਗੱਲ ਸਮਝ ਸਕਦਾ ਉਹਨੂੰ ਭਗਤੀ ਸਮਝਾਣੀ ਹੈ, ਜਿਹੜਾ ਸ਼ਕਤੀ ਦੀ ਸਮਝ ਸਕਦਾ ਉਹਨੂੰ ਸ਼ਕਤੀ ਦੀ ਸਮਝਾਣੀ ਹੈ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਹਾਰਾਜ ਨੇ ਜਿੱਦਾਂ ਜਿੱਦਾਂ ਦੇ ਸਿੱਖ ਨੇ ਉੱਦਾਂ ਦੇ ਉਪਦੇਸ਼ ਦਿੱਤੇ ਹੋਏ ਆ। ਸਾਡੇ ਗੁਰੂਆਂ ਦਾ ਖਜ਼ਾਨਾ ਬਹੁਤ ਵੱਡਾ ਜੀ। ਜਿਹਨੇ ਭਗਤੀ ਦਾ ਉਪਦੇਸ਼ ਲੈਣਾ ਉਹਨੂੰ ਭਗਤੀ ਦਾ ਉਪਦੇਸ਼ ਦੇ ਦਿੰਦੇ, ਜਿਹੜਾ ਸ਼ਕਤੀ ਦਾ ਲੈਣਾ ਚਾਹੁੰਦਾ ਉਹਨੂੰ ਜੰਗਾਂ ਯੁੱਧਾਂ ਦੇ। ਆ ਕਥਾ ਵੀ ਚੱਲਦੀ ਹੈ ਨਾ, ਸਾਰੇ ਇੱਕੋ ਜਿਹੇ ਨਹੀਂ ਸਰੋਤੇ ਮਿਲਦੇ ਸਾਧ ਸੰਗਤ ਜੀ। ਕਈ ਕਥਾ ਜਦੋਂ ਬੜੀ ਸ਼ਾਂਤਮਈ ਹੁੰਦੀ ਆ ਸੁਣਦੇ ਆ, ਜਦੋਂ ਜੰਗਾਂ ਯੁੱਧਾਂ ਦੀ ਆਉਂਦੀ ਆ ਤੇ ਪ੍ਰੇਮੀ ਉੱਠ ਕੇ ਚਲੇ ਜਾਂਦੇ ਕਈ। ਉਹ ਵਿਚਾਰੇ ਸ਼ਾਂਤ ਸੁਭਾਅ ਦੇ, ਮਾਰ ਕੱਟ ਨਹੀਂ ਸਮਝ ਆਉਂਦੀ ਉਹਨਾਂ ਨੂੰ ਜਦੋਂ ਕਹੀਏ ਵੀ ਇਹ ਕੱਲਾ ਕੱਲਾ ਸਿੰਘ 10 ਨੂੰ ਵੱਢ ਦਿੰਦਾ, 50 ਨਾਲ ਵੱਢ ਦਿੰਦਾ, ਉਹ ਜੰਗ ਦਾ ਡਰ ਜਾਂਦੇ, ਕਥਾ ਹੀ ਨਹੀਂ ਸੁਣਦੇ ਕਈ। ਬਾਬਾ ਜੀ ਆਹ ਜੰਗਾਂ ਯੁੱਧਾਂ ਵਾਲੀ ਨਾ ਸੁਣਾਇਆ ਕਰੋ। ਤੇ ਕਈ ਫੌਜਾਂ ਹੁੰਦੀਆਂ ਲਾਡਲੀਆਂ ਗੁਰੂ ਦੀਆਂ, ਉਹ ਕਹਿੰਦੇ ਸਾਨੂੰ ਜੰਗਾਂ ਦੀਆਂ ਸੁਣਾਇਆ ਕਰੋ। ਉਹਨਾਂ ਨੂੰ ਜੇ ਸ਼ਾਂਤਮਈ ਕਥਾ ਕਰੀਏ ਉਹਨਾਂ ਨੂੰ ਨੀਂਦ ਆਉਣ ਲੱਗ ਜਾਂਦੀ। ਜੰਗ ਦੀ ਕਰੀਏ ਬੜੇ ਧਿਆਨ ਨਾਲ ਸੁਣਦੇ। ਹੈ ਦੋਵੇਂ ਗੁਰੂ ਦੇ ਸਿੱਖ, ਹੈ ਦੋਵੇਂ ਗੁਰੂ ਦੇ ਸਿੱਖ। ਗੁਰੂ ਮਹਾਰਾਜ ਦੇ ਖਜ਼ਾਨੇ ਭਰੇ ਪਏ। ਅੱਜ 6ਵੇਂ ਪਾਤਸ਼ਾਹ ਕੋਲ ਆਇਆ ਰਾਜਾ, ਉਹ ਬੜਾ ਸੂਰਮਾ ਸ਼ਰਧਾਲੂ। ਉਹਦੇ ਨਾਲ ਗੱਲਾਂ ਚੱਲੀਆਂ ਜੰਗ ਯੁੱਧ ਦੀਆਂ, ਸ਼ਸਤਰਾਂ ਦੀਆਂ, ਘੋੜਿਆਂ ਦੀਆਂ, ਸ਼ਿਕਾਰ ਦੀਆਂ। ਗੁਰੂ ਪਾਤਸ਼ਾਹ ਬੇਅੰਤ ਹਨ, ਕਿਸੇ ਇੱਕ ਕਿੱਲੇ ਤੇ ਨਾ ਬੰਨਿਆ ਕਰੋ ਗੁਰੂ ਨੂੰ। ਅੱਜ ਸਾਡੀ ਪ੍ਰੋਬਲਮ ਕੀ ਹੈ? ਕਹਿੰਦਾ ਜਿੱਦਾਂ ਦਾ ਮੈਂ ਗੁਰੂ ਇੱਦਾਂ ਦਾ ਹੀ ਹੋਣਾ ਚਾਹੀਦਾ, ਇਸ ਤੋਂ ਪਰੇ ਨਹੀਂ ਹੋਣਾ ਚਾਹੀਦਾ। ਹਰ ਇੱਕ ਸਿੱਖ ਨੇ ਆਪਣਾ ਆਪਣਾ ਮਾਪਦੰਡ ਬਣਾਇਆ ਹੋਇਆ। ਇੰਨੀ ਕਥਾ ਹੋਣੀ ਚਾਹੀਦੀ ਹੈ, ਇਸ ਤੋਂ ਵੱਧ ਕੇ ਕਹਿੰਦੇ ਕਥਾ ਨਹੀਂ ਹੋਣੀ ਚਾਹੀਦੀ। ਜਿਹੜੀ ਮੈਨੂੰ ਪਸੰਦ ਹੈ ਉਹ ਹੋਣੀ ਚਾਹੀਦੀ ਹੈ, ਕਿ ਦੂਜੇ ਨੂੰ ਪਸੰਦ ਹੈ ਉਹ ਨਹੀਂ ਹੋਣੀ ਚਾਹੀਦੀ। ਪਰ ਗੁਰੂ ਕੋਲ ਤੇ ਸਾਧ ਸੰਗਤ ਜੀ ਸਾਰਿਆਂ ਨੇ ਆਉਣਾ, ਗੁਰੂ ਨੇ ਸਾਰਿਆਂ ਦਾ ਘਰ ਪੂਰਾ ਕਰਨਾ। ਆ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਤੇ 10 ਪਾਤਸ਼ਾਹੀਆਂ ਦੇ ਇਤਿਹਾਸ ਦੀ ਕਥਾ, ਇਹ ਸਾਰਿਆਂ ਦਾ ਘਰ ਪੂਰਾ ਕਰ ਦਿੰਦੀ ਹੈ, ਸਾਰਿਆਂ ਦਾ ਕਰਦੀ ਹੈ। ਉਹ ਇੱਕ ਬੰਦਾ ਹੁੰਦਾ ਕੋਈ ਕਿਸੇ ਤਰ੍ਹਾਂ ਦਾ, ਉਹ ਆਪਣੇ ਹਿਸਾਬ ਦਾ ਉਪਦੇਸ਼ ਲੈ ਕੇ, ਪਰ ਜੇ ਉਹ ਦੂਜੇ ਨੂੰ ਕਹੇ ਵੀ ਉਹ ਕਿਉਂ ਸੁਣਦਾ, ਉਹਦੀ ਵਾਲੀ ਨਹੀਂ ਚਾਹੀਦੀ, ਉਹਦੀ ਫਿਰ ਗਲਤੀ ਹੈ। ਤੂੰ ਆਪਣਾ ਪ੍ਰਸ਼ਾਦ ਲੈ, ਉਹਨੂੰ ਆਪਣਾ ਲੈਣ ਦੇ। ਜਿੱਦਾਂ ਜਿੱਦਾਂ ਦਾ ਅਧਿਕਾਰੀ ਹੈ ਉੱਦਾਂ ਦਾ ਉਹਨੂੰ ਉਪਦੇਸ਼ ਮਿਲਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੂਰੀ ਗੱਲ ਕੋਈ ਸੁਣਦਾ ਨਹੀਂ, ਰੌਲਾ ਪਾ ਲੈਂਦੇ, ਭਾਈ ਸੰਤੋਖ ਨੇ ਆਹ ਲਿਖਤਾ, ਭਾਈ ਸੰਤੋਖ ਨੇ ਆਹ ਲਿਖਤਾ। ਕਹਿੰਦੇ ਉਹਨੂੰ ਪੁੱਛਿਆ ਵੀ ਤੂੰ ਦੇਖਿਆ ਹੈ ਗ੍ਰੰਥ ਕਦੀ? 14 ਜਿਲਦਾਂ ਨੇ ਇਸ ਗ੍ਰੰਥ ਦੀਆਂ, ਲਗਾਤਾਰ ਕਥਾ ਹੁੰਦੀ, 7 ਸਾਲ ਭੋਗ ਪੈਂਦਾ ਜੇ। ਭਾਈ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਪੜ੍ਹ ਲਓ, ਜਿਹੜਾ ਤੁਹਾਡੀ ਸਮਝ ਤੋਂ ਉੱਪਰ ਆ ਤੁਸੀਂ ਚੁੱਪ ਕਰ ਜਾਓ। ਤੁਹਾਨੂੰ ਨਹੀਂ ਮਤਲਬ ਜੰਗ ਯੁੱਧ ਦੇ ਪ੍ਰਸੰਗਾਂ ਨਾਲ, ਤੁਸੀਂ ਨਾ ਸੁਣੋ। ਪਰ ਜਿਹੜੀਆਂ ਚੀਜ਼ਾਂ ਜੰਗ 'ਚ ਵਰਤੀਆਂ ਜਾਣੀਆਂ ਉਹ ਜੰਗ 'ਚ ਵਰਤੀਆਂ ਹੀ ਜਾਣੀਆਂ, ਉਹਨਾਂ ਬਿਨਾਂ ਨਹੀਂ ਜੰਗ ਲੜਿਆ ਜਾਂਦਾ। ਜੰਗ ਸਾਧ ਸੰਗਤ ਜੀ ਢੋਲਕੀਆਂ ਛੈਣਿਆਂ ਨਾਲ ਥੋੜ੍ਹਾ ਲੜਿਆ ਜਾਣਾ। ਜੇ ਕੋਈ ਕਹੇ ਵੀ ਮੈਂ ਢੋਲਕੀ ਵਜਾ ਲਈ, ਬਾਜਾ ਵਜਾ ਲਿਆ, ਛੈਣੇ ਛੂਣੇ ਵਜਾ ਲਏ, ਚਿਮਟਾ ਖੜਕਾ ਲਿਆ ਤੇ ਮੈਂ ਜੰਗ ਲੜ ਲਾਂਗਾ, ਆ ਕਥਾ ਕਰਨੀ ਸੌਖੀ ਅਸੀਂ ਕਰੀ ਜਾਂਦੇ ਹਾਂ। ਮੇਰੇ ਵਰਗੇ ਨੂੰ ਕਹੋ ਮਾਰ ਬਰਛਾ ਹਾਥੀ ਦੇ ਮੱਥੇ ਜਾ ਕੇ, ਹੈਂ ਇੱਥੇ ਹੀ ਭੋਗ ਪੈ ਜਾਣਾ ਸਾਡਾ ਸੁਣ ਕੇ ਹੀ। ਉਹ ਦੁਨੀ ਚੰਦ ਭੱਜ ਨਹੀਂ ਸੀ ਗਿਆ। ਉਹ ਜਿਹੜਾ ਕੰਮ ਹੈ ਉਹ ਸੂਰਮਿਆਂ ਨੇ ਕਰਨਾ, ਸੂਰਮਿਆਂ ਦਾ ਕੰਮ ਸੂਰਮਿਆਂ ਨੇ ਕਰਨਾ, ਸੰਤਾਂ ਦਾ ਕੰਮ ਸੰਤਾਂ ਨੇ ਕਰਨਾ, ਤੇ ਕਾਇਰਾਂ ਦਾ ਕੰਮ ਕਾਇਰਾਂ ਨੇ ਉਹ ਵੀ ਕਰੀ ਜਾਂਦੇ ਆ। ਆਖੋ ਸ੍ਰੀ ਵਾਹਿਗੁਰੂ। ਨਿੰਦਕਾਂ ਦੇ ਨਿੰਦਕਾਂ ਨੇ ਕਰੀ ਜਾਣਾ। ਸੱਚੇ ਪਾਤਸ਼ਾਹ ਮਹਾਰਾਜ ਜੋਧ ਰਾਜ ਨਾਲ ਗੱਲਾਂ ਕਰ ਰਹੇ, ਕਿਹੜੇ ਵਿਸ਼ੇ ਦੇ ਦੇਖੋ ਕਰ ਰਹੇ ਆ? ਜੰਗ ਦੀ ਕਰ ਰਹੇ ਆ, ਦੇਸ਼ ਦੀ ਰਾਜਨੀਤੀ ਦੀ ਕਰ ਰਹੇ ਆ, ਸ਼ਸਤਰਾਂ ਦੀ ਗੱਲ ਕਰ ਰਹੇ ਆ, ਕਿਉਂਕਿ ਉਹ ਗਾਹਕ ਹੀ ਇਸ ਚੀਜ਼ ਦਾ ਹੈ। ਹਾਂਜੀ, ਕਰਤ ਰਹੇ ਵਿਦਿਆ ਅਭਿਆਸ। ਮਹਾਰਾਜ ਵਿਦਿਆ ਅਭਿਆਸ ਦੀਆਂ ਗੱਲਾਂ ਵੀ ਸ਼ਸਤਰ ਕਿਵੇਂ ਚਲਾਈ ਜਾਂਦੇ, ਜੰਗ 'ਚ ਕਿਹੜਾ ਕਿਹੜਾ ਸ਼ਸਤਰ ਕਿਵੇਂ ਕਿਵੇਂ ਵਰਤਿਆ ਜਾਂਦਾ, ਘੋੜੇ 'ਤੇ ਕਿਵੇਂ ਜੰਗ ਦੇ ਵਿੱਚ ਸ਼ਸਤਰ ਚਲਾਇਆ, ਪੈਦਲ ਕਿਵੇਂ ਚਲਾਉਣਾ, ਵਾਰ ਕਿਵੇਂ ਰੋਕਣਾ, ਕਿਵੇਂ ਮਾਰਨਾ, ਇਹ ਗੱਲਾਂ ਹਜ਼ੂਰ ਕਰਦੇ ਰਹੇ। ਕਰੀ ਦੋਏ ਬੈਠਿਓ ਪੁਨ ਗਇਓ। ਉਹ ਘੜੀਆਂ ਬਹਿ ਕੇ ਫਿਰ ਜੋਧ ਰਾਏ ਉੱਠ ਕੇ ਚਲਾ ਗਿਆ। ਕਰਕੇ ਪਟਿਆ ਦੇਖਤ ਭਇਓ। ਗੁਰੂ ਸਾਹਿਬ ਜੀ ਦੇ ਯੋਧਿਆਂ ਵੱਲ ਵੇਖਿਆ, ਫਿਰ ਉਹਨੇ ਮਹਾਰਾਜ ਦੀ ਫੌਜ ਦੇਖੀ, ਕਿਉਂਕਿ ਉਹ ਫੌਜਾਂ ਦਾ ਕਦਰਦਾਨ ਸੀਗਾ। ਘੋੜੇ ਵੇਖੇ ਉਹਨੇ ਜਾ ਕੇ, ਸਿੰਘਾਂ ਦੇ ਸ਼ਸਤਰ ਵੇਖੇ, ਖਾਲਸੇ ਦਾ ਸਰੀਰ ਜਾਹੋ ਜਲਾਲ ਦੇਖਿਆ। ਉਹ ਜਿੱਦਾਂ ਜਿੱਦਾਂ ਦੇ ਲੋਕ ਉੱਦਾਂ ਦੇ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾਗਾ ਸੁਆਮੀ।
ਜਿਹੋ ਜਿਹੀ ਭੁੱਖ ਹੋਵੇ ਨਾ ਉਹੋ ਜਿਹੀ ਪੂਰੀ ਕਰ ਦਿੰਦਾ ਹੈ। ਧੰਨ ਮੀਰੀ ਪੀਰੀ ਦੇ ਮਾਲਕ ਧੰਨ ਭਾਈ ਜੋਧ ਰਾਏ, ਜਿਹੜਾ ਦਰਸ਼ਨ ਕਰਕੇ ਨਿਹਾਲ ਹੋ ਰਿਹਾ। ਕਈ ਤੇ ਖਾਲਸੇ ਦੇ ਘੋੜਿਆਂ ਨੂੰ ਵੇਖ ਕੇ ਉਂਝ ਹੀ ਅੱਜ ਕੱਲ੍ਹ ਮੂੰਹ ਬਣਾ ਲੈਂਦੇ, ਕਹਿੰਦੇ ਘੋੜਿਆਂ ਦੀ ਕੀ ਲੋੜ ਆ। ਮੈਂ ਕਿਹਾ ਤੁਹਾਡੇ ਜੰਮਣ ਦੀ ਕੀ ਲੋੜ ਆ। ਹਾਂ, ਕਿਰਪਾਨਾਂ ਕਿਉਂ ਪਾਈ ਫਿਰਦੇ ਹੋ? ਮੈਂ ਕਿਹਾ ਤੁਸੀਂ ਨਾ ਪਾਓ ਭਾਈ, ਅਸੀਂ ਤੇ ਪਾਣੀ ਆ, ਸਾਡੇ ਤੇ ਗੁਰੂ ਨੇ ਦਿੱਤੀਆਂ ਸਾਨੂੰ। ਅਸੀਂ ਗੁਰੂ ਦੇ ਸ਼ਸਤਰ ਬਸਤਰ ਨਗਾਰੇ ਨਿਸ਼ਾਨ ਘੋੜੇ ਸਾਂਭਣੇ, ਤੁਹਾਡੇ ਕੋਲੋਂ ਨਹੀਂ ਸਾਂ, ਤੁਹਾਡੇ ਕੋਲੋਂ ਖੋਤਾ ਨਹੀਂ ਪਲਦਾ, ਤੁਸੀਂ ਘੋੜਾ ਕੀ ਪਾਲਣਾ। ਸੋ ਖਾਲਸਾ ਜੀ, ਇਹੋ ਜਿਹੇ ਲੋਕ ਨਿੰਦਕ ਬਿਨਾਂ ਮਤਲਬ ਨਿੰਦਾ ਕਰੀ ਜਾਂਦੇ, ਪਰ ਗੁਰੂ ਸਾਹਿਬ ਦੇ ਖਜ਼ਾਨੇ ਸਾਰਾ ਕੁਛ ਹੈ, ਸਭ ਕੁਛ ਹੈ। ਘਰ ਤਿਸਕੈ ਬਲਰਾਮ ਜੀਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਥਾ ਅੱਗੇ ਆਪਾਂ ਪ੍ਰੇਮ ਨਾਲ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।